ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 385 ਅੰਕ ਤੋਂ ਗਿਆਨ ਸ਼ੁਰੂ ਕਰਨਾ ਹੈ। ਆਸਾ ਰਾਗ ਦੇ ਵਿੱਚ ਜਿਹੜੀ ਪੰਜਵੀਂ ਪਾਤਸ਼ਾਹੀ ਦੇ ਸ਼ਬਦ ਚੱਲ ਰਹੇ, ਉਹ 56ਵਾਂ ਸ਼ਬਦ ਲੈ ਰਹੇ ਟੋਟਲ ਜਿਹੜੇ ਆਸਾ ਰਾਗ ਦਾ, ਅਤੇ ਇਹ ਲੜੀ ਦਾ 5ਵਾਂ ਮੋਤੀ ਹੈਗਾ ਪੰਜਵੀਂ ਪਾਤਸ਼ਾਹੀ ਦਾ। ਮਹਾਰਾਜ ਮੇਹਰ ਕਰਨ ਜੀ। ਆਸਾ ਮਹੱਲਾ ਪੰਜਵਾਂ। ਏਕ ਬਗੀਚਾ ਪੇੜ ਕੰਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਏਕ ਬਗੀਚਾ ਪੇੜ ਕੰਨ ਕਰਿਆ, ਕਹਿੰਦੇ ਬਗੀਚਾ ਇੱਕ ਹੈਗਾ। ਇਹ ਸਾਰਾ ਸੰਸਾਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਬਗੀਚਾ ਹੈਗਾ। ਏਕ ਬਗੀਚਾ, ਉਹਦੇ ਵਿੱਚ ਹੀ ਹੈ ਮਾਲਕ ਪਰਮਾਤਮਾ ਦੇ ਬਗੀਚੇ ਦੇ ਵਿੱਚ, ਮਾਲਕ ਦੇ ਅੰਦਰ ਹੀ ਹੈ ਸਾਰਾ ਕੁਛ। ਇਹ ਸਾਰੀ ਜਿਹੜੀ ਹੈਗੀ ਬਾਗਬਾਨੀ ਜਿਹੜੀ ਹੈਗੀ, ਇਹ ਮਾਲਕ ਦੇ ਅੰਦਰ ਹੀ ਹੈਗਾ। ਉਹਦੇ ਅੰਦਰ ਹੀ ਸਾਰੇ ਮਾਲਕ ਨੇ ਘਨ ਪੇੜ ਬਣਾਏ। ਘਨ ਕਹਿੰਦੇ ਬਹੁਤ ਜ਼ਿਆਦਾ। ਬਾਕੀ ਜਿਹੜੇ ਹੈਗੇ ਦੇਖ ਲਓ, ਬਾਕੀ 84 ਲੱਖ ਜੂਨਾਂ ਹੈਗੀਆਂ, ਬਨਸਪਤੀ ਵਗੈਰਾ ਸਾਰੀਆਂ, ਇਹਨੂੰ ਆਪਾਂ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਇਹਦੀ ਕੰਸੀਡਰ ਕਰਨ ਦਾ ਤਾਂ ਆਪਾਂ ਨੂੰ ਜਿਹੜਾ ਹੈਗਾ ਸਪਿਰਿਚੁਅਲ ਰਸਤੇ 'ਤੇ ਜਿਹੜਾ ਹੈਗਾ ਨਹੀਂ ਕੋਈ ਹੈਗਾ ਮੀਨਿੰਗ। ਆਪਾਂ ਨੇ ਸਿਰਫ ਜਿਹੜਾ ਹੈਗਾ ਇਨਸਾਨ ਦੀ ਜੂਨ ਜਿਹੜੀ ਹੈਗੀ ਆ ਉਸ ਦੀ ਗੱਲ ਕਰਨੀ ਆ। ਇਨਸਾਨ ਵੀ ਤਰ੍ਹਾਂ ਤਰ੍ਹਾਂ ਦੇ ਮਾਲਕ ਪਰਮਾਤਮਾ ਨੇ ਬਣਾਏ ਹੋਏ ਆ, ਤਰ੍ਹਾਂ ਤਰ੍ਹਾਂ ਦੇ ਇਨਸਾਨ ਹੈਗੇ। ਅਤੇ ਕਨੇ ਦੇਖ ਲਓ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਕਹਿੰਦੇ ਅਲੱਗ ਅਲੱਗ ਪੇੜ ਹੈਗੇ, ਅਲੱਗ ਅਲੱਗ ਉਹਨਾਂ ਦੇ ਫਰੂਟ ਹੈਗੇ, ਫਲ ਅਲੱਗ ਅਲੱਗ ਹੈਗੇ ਪੇੜਾਂ ਦੇ। ਕਿਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਅਲੱਗ ਅਲੱਗ, ਦੇਖੋ ਕਿਸ ਤਰੀਕੇ ਦੇ ਨਾਲ ਕਿਸੇ ਨੂੰ ਕੁਛ ਹੈਗਾ, ਕਿਸ ਤਰ੍ਹਾਂ ਕੋਈ ਕਿਸੇ 'ਚ ਗਤੀ ਕਰ ਰਿਹਾ ਹੈ, ਕੋਈ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਆਹੀ ਜਿਹੜਾ ਹੈਗਾ ਖੇਤੀ ਕਰੀ ਜਾ ਰਿਹਾ ਹੈ। ਈਰਖਾ ਦ્વੈਤ ਹਉਮੈ ਆਹੀ ਖੇਤੀ ਕਰੀ ਜਾ ਰਿਹਾ, ਇਹਦੇ ਹੀ ਫਲ ਲੱਗ ਰਹੇ ਆ। ਪਰ ਇਹ ਜਿਹੜੀ ਖੇਤੀ ਹੈਗੀ ਹੈ, ਜਿਹੜਾ ਬਗੀਚਾ ਹੈਗਾ, ਇਹਦੇ ਵਿੱਚ ਮਹਾਰਾਜ ਕਹਿੰਦੇ ਆ ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਅੰਮ੍ਰਿਤ ਨਾਮ ਤਹਾਂ ਮੈਂ ਫਲਿਆ, ਕਹਿੰਦੇ ਅੰਮ੍ਰਿਤ ਨਾਮ ਹੀ ਫਲੀਭੂਤ ਹੋਣਾ ਹੈ ਪਿਆਰਿਓ ਇਹ ਬਗੀਚੇ ਦੇ ਵਿੱਚ। ਇਹ ਬਗੀਚਾ ਜਿਹੜਾ ਮਾਲਕ ਪਰਮਾਤਮਾ ਨੇ ਬਣਾਇਆ ਹੈਗਾ, ਇਹ ਦੁਨੀਆ ਉਹਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਇਨਸਾਨ ਆਏ ਆ ਦੁਨੀਆ ਦੇ ਵਿੱਚ, ਅਲੱਗ ਅਲੱਗ ਫਸਲ ਅਲੱਗ ਅਲੱਗ ਖੇਤੀ ਬੀਜ ਰਹੇ ਆ। ਜੋ ਮਾਲਕ ਨੇ ਦੇਖੋ ਮਾਇਆ ਹੈਗੀ ਆ, ਜੋ ਮਾਲਕ ਨੇ ਮਾਇਆ ਪਾਈ ਹੈ, ਇਹ ਖੇਤੀ ਬੀਜ ਮਾਲਕ ਨੇ ਦਿੱਤੇ ਆ। ਇਹ ਸਾਰੇ ਪੁਰਜੇ ਆਪਣੇ ਬਾਡੀ ਦੇ ਵਿੱਚ ਮਾਲਕ ਨੇ ਲਗਾਏ ਆ ਦੁਨੀਆ ਦੇ ਪਦਾਰਥਾਂ ਨੂੰ ਭੋਗਣ ਦੇ। ਅਤੇ ਜੋ ਵੀ ਆਪਾਂ ਬੀਜ ਰਹੇ ਹਾਂ, ਮਹਾਰਾਜ ਕਹਿੰਦੇ ਫਲ ਜਿਹੜਾ ਹੈਗਾ, ਜੇ ਤੂੰ ਫਲ ਚਾਹੀਦਾ, ਜੇ ਤੈਨੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਜਨਮ ਮਰਨ ਦੀ ਖੇਡ ਜਿਹੜੀ ਹੈ ਇਸ 'ਚੋਂ ਨਿਕਲਣਾ ਚਾਹੁੰਦਾ ਹੈ, ਅਤੇ ਫਿਰ ਪਿਆਰਿਆ ਜਿਹੜਾ ਹੈਗਾ ਇੱਥੇ ਫਲੀਭੂਤ ਹੋਣਾ ਹੈ, ਅਤੇ ਨਾਮ ਨੇ ਫਲੀਭੂਤ ਹੋਣਾ ਹੈ। ਇੱਕ ਸੈਕਿੰਡ ਜੀ, ਇਹਨਾਂ ਨੇ ਕੋਡ ਭੇਜਿਆ ਤਾਂ ਸੀਗਾ, ਇੱਕ ਸੈਕਿੰਡ ਜੀ। ਕਹਿੰਦੇ ਕੋਡ ਨਹੀਂ ਮਿਲ ਰਿਹਾ ਕਿਸੇ ਨੂੰ। एक सेकंड जी। पता नहीं हूँ कोड तो भेजा है। हाँ जी, ਆ ਗਏ ਜੀ। ਰਾਜਵੰਤ ਜੀ ਉਹਦੇ 'ਤੇ ਆਇਆ ਗੁਰਬਾਣੀ ਵਿਚਾਰ ਵਗੈਰਾ 'ਤੇ ਆਤਮ ਗਿਆਨ 'ਤੇ ਕੋਡ ਤਾਂ ਭੇਜਿਆ ਸੀਗਾ।
ਨਹੀਂ ਜੀ, ਆਤਮ ਗਿਆਨ ਤੇ ਨਹੀਂ ਪਹੁੰਚਿਆ ਹਜੇ। ਓਹੋ, ਮੈਂ ਦੁਬਾਰਾ ਭੇਜ ਦੇਣਾ ਜੀ। 1 ਸੈਕਿੰਡ ਜੀ, 1 ਸੈਕਿੰਡ ਜੀ ਸਾਧ ਜੀ। ਉਹ 2 ਵਾਰੀ ਚਲਾ ਗਿਆ ਜੀ। ਉਹ ਇੱਕ ਆਤਮ ਗਿਆਨ ਪਿੰਡ ਵੀ ਬਣਾਇਆ ਹੋਇਆ, ਪਿੰਡ ਆਤਮ ਗਿਆਨ ਪਿੰਡ 'ਚ 2 ਵਾਰੀ ਚਲਾ ਗਿਆ ਕੋਡ। ਚੰਗਾ, ਵਧੀਆ ਹੋ ਗਿਆ ਦੱਸਤਾ ਜੀ। ਆਪਾਂ 385 ਅੰਗ ਦੇ ਉੱਤੇ ਹੈਗੇ ਆ ਜੀ, ਸ਼ੁਰੂ ਕਰਨ ਲੱਗੇ ਹਾਂ ਹਲੇ। ਤੇ 56ਵਾਂ ਸ਼ਬਦ ਲੈ ਰਹੇ ਹਾਂ, ਲੜੀ ਦਾ 5ਵਾਂ ਮੋਤੀ ਹੈ, 5ਵੀਂ ਪਾਤਸ਼ਾਹੀ ਦੇ ਆਸਾ ਰਾਗ ਦੇ ਵਿੱਚ। ਮਹਾਰਾਜ ਕਹਿੰਦੇ ਇੱਕ ਬਗੀਚਾ ਪੇੜ ਕੰਨ ਕਰਿਆ। ਕਹਿੰਦੇ ਬਗੀਚਾ ਇੱਕੋ ਹੀ ਹੈਗਾ, ਇੱਕ ਬਗੀਚਾ ਪੇੜ ਕੰਨ ਕਰਿਆ। ਇੱਥੇ ਘਨੇ ਪੇੜ ਹੈਗੇ ਆ, 84 ਲੱਖ ਜੂਨਾਂ ਹੈਗੀਆਂ, ਇੰਨੇ ਦੇਖ ਲਓ ਪੇੜ ਹੈਗੇ ਇਹਦੇ ਵਿੱਚ ਮਾਲਕ ਪਰਮਾਤਮਾ ਨੇ। ਪਰ ਮੇਨ ਜਿਹੜਾ ਕੰਸੀਡਰ ਆਪਾਂ ਜਿਹੜੇ ਹੈਗੇ ਆ, ਇਹ ਮਨੁੱਖ ਜੂਨ ਦੀ ਗੱਲ ਹੈ। ਕਿਉਂਕਿ ਇਹ ਸਾਰਾ ਗਿਆਨ ਜਿਹੜਾ ਬ੍ਰਹਮ ਗਿਆਨ ਆ, ਇਹ ਇਨਸਾਨ ਦੇ ਵਾਸਤੇ, ਇਨਸਾਨ ਦੇ ਕੋਲ ਹੀ ਹੈਗਾ, ਜਿਹੜਾ ਹੈਗਾ ਸਭ ਤੋਂ ਉੱਚੀ ਸਟੇਜ ਹੈ। ਇਸ ਤੋਂ ਬਾਅਦ ਜਿਹੜਾ ਹੈਗਾ ਉਹ ਮੁਕਤ ਹੋ ਸਕਦਾ ਹੈ। ਮੁਕਤੀ ਵਾਸਤੇ ਲਾਜ਼ਮੀ ਜਿਹੜਾ ਹੈਗਾ, ਕੋਈ ਵੀ ਜਿਹੜੀ ਦੁਨੀਆ ਦੇ ਵਿੱਚ ਮੁਕਤ ਹੋਣਾ ਚਾਹੁੰਦਾ ਹੈ, ਅਤੇ ਉਹਨੂੰ ਇਹ ਇਨਸਾਨ ਦਾ ਜਾਮਾ ਚਾਹੀਦਾ ਹੈ। ਅਤੇ ਉਸੇ ਨੂੰ ਆਪਾਂ ਕੰਸੀਡਰ ਕਰਦੇ ਹਾਂ। ਉਹਦੇ ਵਿੱਚ ਵੀ ਮਹਾਰਾਜ ਨੇ ਜਿਹੜੇ ਘਨੇ ਜਿਹੜੇ ਹੈਗੇ ਪੇੜ ਬਣਾਏ ਹੋਏ ਆ, ਔਰ ਸਾਰੇ ਜਿਹੜੇ ਹੈਗੇ ਇਹਦੇ ਵਿੱਚ ਮਾਲਕ ਨੇ ਮਾਇਆ ਵਾਲੇ ਜਿਹੜੇ ਹੈਗੇ ਬੀਜ ਵੀ ਪਾਏ ਹੋਏ ਆ ਦੁਨੀਆ ਦੇ ਵਿੱਚ, ਅਤੇ ਇੱਕ ਨਾਮ ਵਾਲਾ ਬੀਜ ਵੀ ਦਿੱਤਾ ਹੋਇਆ। ਮਾਇਆ ਦੇ ਬੀਜ ਜਿਹੜੇ ਹੈਗੇ ਆ, ਇਹ ਤਰ੍ਹਾਂ ਦੇ ਦੇਖੋ ਸਵਾਦ ਰਸ ਕਸ ਦੁਨੀਆ ਦੇ ਪਦਾਰਥ ਜਿਹੜੇ ਹੈਗੇ, ਭੋਗ ਵਿਲਾਸ, ਸਾਰੇ ਇਹ ਮਾਇਆ ਦੇ ਬੀਜ ਆ ਜੋ ਆਪਾਂ ਬੀਜਦੇ ਹਾਂ। ਅਤੇ ਉਹਦੇ ਵਿੱਚ ਮਹਾਰਾਜ ਕਹਿ ਰਹੇ ਆ, ਭਾਈ ਉਹ ਜਿਹਾ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ, ਅਤੇ ਇਹਦੇ ਵਿੱਚ ਪੈਦਾਵਾਰ ਹੋਣੀ ਹੈ। ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਇਆ ਹੈ, ਅੰਤ ਉਹੀ ਮਿਲਣਾ ਹੈ ਤੈਨੂੰ। ਅਤੇ ਆਪਾਂ ਨੂੰ ਜਿਹੜੇ ਤਾਕੀਦ ਕਰ ਰਹੇ ਆ ਮਹਾਰਾਜ, ਜਿਹੜੇ ਹੈ ਚੇਤਾਵਨੀ ਦੇ ਰਹੇ ਆਪਾਂ ਨੂੰ, ਜਿਹੜਾ ਹੈਗਾ ਬਈ ਇਸ ਟਾਈਮ ਜਿਹੜਾ ਹੈਗਾ ਤੇਰੇ ਕੋਲ ਚਾਂਸ ਹੈਗਾ, ਮਨੁੱਖਾ ਸਰੀਰ ਹੈਗੀ ਤੇਰਾ, ਔਰ ਤੇਰੇ ਕੋਲ ਗੁਰੂ ਦਾ ਗਿਆਨ ਵੀ ਹੈਗਾ। ਅੰਮ੍ਰਿਤ ਨਾਮ ਤਹਾਂ ਮੈਂ ਫਲਿਆ, ਇੱਕ ਬਗੀਚਾ ਪੇੜ ਕੰਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਜੇ ਤੂੰ ਜਿਹੜਾ ਹੈਗਾ ਫਲੀਭੂਤ ਹੋਣਾ ਚਾਹੁੰਦਾ ਆ, ਤੇ ਮਿੱਤਰਾ ਨਾਮ ਨੂੰ ਬੀਜ ਲਾ, ਅੰਮ੍ਰਿਤ ਨਾਮ ਦੀ ਖੇਤੀ ਕਰ ਲਾ, ਆਹ ਬੀਜ ਪਾ। ਇਹਨੂੰ ਜਿਹੜਾ ਹੈਗਾ ਰੋਜ਼ ਜਿਹੜਾ ਹੈਗਾ ਨਿੱਤ ਜਿਹੜਾ ਹੈਗਾ ਇਹਨੂੰ ਪਾਣੀ ਦੇ, ਐਸ ਨਾਮ ਵਾਲੇ ਬੀਜ ਨੂੰ। ਇਹ ਬੀਜ ਇੱਕ ਬਗੀਚਾ ਪੇੜ ਕੰਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਐਸਾ ਕਰੋ ਵਿਚਾਰ ਗਿਆਨੀ। ਜੇ ਤੂੰ ਕਹਿੰਦਾ ਹੈ ਤੂੰ ਗਿਆਨਵਾਨ ਹੈਗਾ ਆ, ਤੇ ਆਹ ਵਿਚਾਰ ਕਰਤਾ, ਆਹ ਮੇਰੀ ਗੱਲ ਸਮਝਦਾ, ਇਹ ਨਾਮ ਵਾਲੀ ਖੇਤੀ ਕਰ। ਜੇ ਤੂੰ ਆਪਣੇ ਆਪ ਨੂੰ ਗਿਆਨੀ ਸਮਝਦਾ, ਬਾਣੀ ਗਿਆਨੀ ਇਹਨੂੰ ਮੰਨਦੀ ਹੈ ਭਾਈ ਜਿਹਨੂੰ ਆਹ ਗਿਆਨ ਹੈਗਾ। ਬਾਕੀ ਜਿਹੜਾ ਹੈਗਾ ਗੁਰਬਾਣੀ ਦੇ ਅਰਥ ਕਰ ਲਓ, ਵੇਦਾਂ ਦੇ ਅਰਥ, ਸ਼ਾਸਤਰਾਂ ਦੇ ਅਰਥ ਕਰ ਲਓ, ਜ਼ੁਬਾਨੀ ਯਾਦ ਕਰ ਲਓ, ਉਹਨੂੰ ਗਿਆਨ ਨਹੀਂ ਮੰਨਦੀ ਬਾਣੀ, ਇਹਨੂੰ ਗਿਆਨ ਕਹਿੰਦੀ ਹੈ। ਐਸਾ ਕਰੋ ਵਿਚਾਰ ਗਿਆਨੀ, ਜਾਂ ਤੇ ਪਾਈਏ ਪਦ ਨਿਰਵਾਨੀ। ਗਿਆਨੀ ਉਹ ਹੈਗਾ ਜਿਹਨੂੰ ਪਤਾ ਹੈ ਵੀ ਮੈਂ ਕੀ ਹੈਗਾ, ਕਾਹਦੇ ਵਾਸਤੇ ਆਇਆ, ਕਿੰਨੀ ਦੇਰ ਵਾਸਤੇ ਆਇਆ ਦੁਨੀਆ ਦੇ ਵਿੱਚ, ਔਰ ਕੀ ਕਰਮ ਕਰਨਾ ਹੈ, ਮੈਂ ਕਿਹੜਾ ਫਲੀਭੂਤ ਹੋਣਾ ਹੈ, ਕਿਹੜਾ ਜਿਹੜਾ ਹੈਗਾ ਮੇਰਾ ਸਮਾਂ ਅਜਾਂ ਹੀ ਚਲੇ ਜਾਣਾ, ਮੇਰੀ ਚਾਂਸ, ਮੇਰੀ ਬਾਰੀ ਫਾਲਤੂ ਚਲੇ ਜਾਣੀ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਇੱਥੇ ਫਲੀਭੂਤ ਹੋਣਾ ਹੀ ਅੰਮ੍ਰਿਤ ਨਾਮ ਹੈ, ਇਹਦਾ ਹੀ ਫਲ ਜਿਹੜਾ ਹੈਗਾ, ਇਹੀ ਸਾਰ ਹੈਗਾ। ਬਾਕੀ ਜਿਹੜੇ ਹੈਗੇ ਭੋਗ ਹੈਗੇ, ਬਾਕੀ ਜਿਹੜੇ ਹੈਗੇ ਆਪਣੀ ਜਿਹੜੇ ਹੈਗੇ ਇੱਥੇ ਦੇ ਸਵਾਦ ਆ, ਇੱਥੇ ਦੇ ਰਸਕਸ ਆ। ਹੌਲੀ ਹੌਲੀ ਸਰੀਰ ਦੇ ਨਾਲ ਉਹ ਜਿਹੜੇ ਹੈਗੇ ਸਰੀਰ ਦੀ ਤਾਕਤ ਘਟੀ ਜਾਣੀ ਹੈ, ਔਰ ਅੰਦਰ ਜਿਹੜਾ ਮਨ ਪਤੰਦਰ ਜਿਹੜਾ ਹੈਗਾ, ਉਹ ਜਿਹੜਾ ਹੈਗਾ ਉਸ ਤਰ੍ਹਾਂ ਹੀ ਪਿਆਸਾ ਦਾ ਪਿਆਸਾ ਰਹਿੰਦਾ ਹੈ। ਇੱਕ ਬਗੀਚਾ ਪੇੜ ਕੰਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਐਸਾ ਕਰੋ ਵਿਚਾਰ ਗਿਆਨੀ, ਜਾਂ ਤੇ ਪਾਈਏ ਪਦ ਨਿਰਬਾਨੀ। ਕਹਿੰਦੇ ਇਹੋ ਜਿਹਾ ਵਿਚਾਰ ਕਰਨਾ, ਆਹ ਗਿਆਨ ਹੈਗਾ, ਇਹਨੂੰ ਸੋਚ, ਇਸ ਗਿਆਨ ਦੇ ਉੱਤੇ ਸਮਾਂ ਦੇ,
ਆਹ ਗੱਲ ਨੂੰ ਸੋਚ, ਇਹਦੇ ਵਿੱਚ ਤੱਤ ਵਸਤੂ ਹੈਗੀ ਆ। ਤੂੰ ਦੱਸ ਦੇ ਇਹਦੇ ਵਿੱਚ ਕੀ ਝੂਠ ਹੈਗਾ। ਐਸਾ ਕਰੋ ਵਿਚਾਰ ਗਿਆਨੀ, ਜਾਂ ਤੇ ਪਾਈਏ ਪਦ ਨਿਰਬਾਨੀ, ਨਿਰਵਾਣ ਹੋ ਜਾਏਗਾ ਤੂੰ। ਆ ਜਿਹੜਾ ਚੋਗਾ ਪਾਇਆ ਹੋਇਆ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਜਿਹੜੇ ਬੀਜ ਬੀਜੀ ਜਾ ਰਹੇ ਆ, ਇਸ ਚੋਂ ਬਚ ਜਾਏਗਾ। ਜਨਮ ਜਨਮ ਦੀ ਜਿਹੜੀ ਹੈ ਮੈਲ ਲੱਗੀ ਹੈ ਉਤਰ ਜਾਏਗੀ। ਔਰ ਜਿਹੜਾ ਹੈਗਾ ਇਹ ਮਾਇਆ ਦੀ ਪਕੜ ਦੇ ਵਿੱਚ, ਪ੍ਰਕਿਰਤੀ ਦੀ ਪਕੜ ਦੇ ਵਿੱਚ ਹੈਗਾ ਹੈ, ਸਰੀਰ ਦੀ ਕੈਦ ਦੇ ਵਿੱਚ ਹੈਗਾ ਹੈ, ਇਸ ਚੋਂ ਜਿਹੜਾ ਉੱਡ ਜਾਏਗਾ। ਔਰ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਰੂਬਰੂ ਮਾਲਕ ਦਾ ਸਾਥ ਮਾਣੇਗਾ। आस पास बिखुआ के कुंटा, बीच अमृत है पाई रे। और दूसरी चीज़ होर दस दिने महाराज कहते देख ये जिहड़ा हैगा अमृत का बीज बीजना है प्यारिया, ये चारों पासे विषय विकारां दे जिहड़े हैगे कुंट हैगे आ, विषय विकारां दे उन्हां तो बच के जाना पैना। वो कुंट तो उत्थे ही डुब जाता इंसान। आस पास बिखुआ के कुंटा, बीच अमृत है पाई रे। अमृत विचाले हैगा। इन आपां नूं जिहड़ा हैगा मन नूं ऐसा देखो, कोई भी तरीका होर नहीं हैगा। ये बाणी जिहड़ी हैगी आ, ये आपां नूं ज्ञान दे सकदी है, आपां नूं मन नूं जिहड़ा हैगा केंद्रित कर सकदी आ। इस तो छुटकारा करना है तो अपने मन ने ही करना है। ਆਪਾਂ ਨੇ ਮਨ ਨੂੰ ਹੀ ਕੰਟਰੋਲ ਕਰਨਾ ਹੈ, ਮਨ ਹੀ ਕੰਟਰੋਲ ਕਰਨਾ ਹੈ, ਤਾਂ ਹੀ ਜਿਹੜਾ ਹੈਗਾ ਇਹ ਵਿਸ਼ੇ ਵਿਕਾਰਾਂ ਤੋਂ, ਇਹ ਜਾਲ ਤੋਂ ਆਪਾਂ ਨਿਕਲ ਸਕਦੇ ਹਾਂ। ਆਪਾਂ ਹੀ ਕਰਨਾ ਹੈ, ਆਪਣੇ ਮਨ ਨੂੰ ਆਪਾਂ ਨੇ ਕੰਟਰੋਲ ਕਰਨਾ ਹੈ। ਬਸ ਆਹੀ ਭਗਤੀ ਹੈਗੀ ਆ, ਆਹੀ ਖੇਡ ਹੈਗੀ ਆ, ਹੋਰ ਕੋਈ ਤਰੀਕਾ ਨਹੀਂ ਹੈ। ਦੇਖੋ ਇਹ ਪਦਾਰਥ, ਇਹ ਸਵਾਦ, ਇਹ ਚੋਗਾ, ਇਹ ਦੁਨੀਆ ਦੇ ਰਸਕਸ ਇੱਥੇ ਇਸ ਤਰ੍ਹਾਂ ਹੀ ਰਹਿਣੇ ਆ। ਇਹ ਆਪਣੇ ਨੇੜੇ ਤੇੜੇ ਇਸ ਤਰ੍ਹਾਂ ਹੀ ਰਹਿਣੇ ਆ। ਆਪਾਂ ਨੇ ਹੀ ਬਚਣਾ ਹੈਗਾ, ਆਪਾਂ ਨੇ ਹੀ ਬਚਣਾ ਹੈਗਾ। ऐसा करो विचार ज्ञानी, जाते पाइए पद निर्वाणी। आस पास बिखुआ के कुंटा, बीच अमृत है पाई रे। देख लो भाई, ऐसा मालक ने किन्ना ਉਹਨੂੰ ਅੰਮ੍ਰਿਤ ਨੂੰ ਜਿਹੜਾ ਹੈਗਾ ਲੁਕੋ ਕੇ ਰੱਖਿਆ, ਔਰ ਕਿੰਨਾ ਜਿਹੜਾ ਹੈਗਾ ਉਹਦੇ ਜਿਹੜੇ ਹੈਗੇ ਉਹਦੇ ਬਜਰ ਕਪਾਟ ਪਾਏ ਹੋਏ ਆ, ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ, ਵਿਖਿਆ ਦੇ। ਹਾਂ, ਇਨਸਾਨ ਵਿਖਿਆ ਦੇ ਵਿੱਚ, ਵਿਖਿਆ ਦੇ ਕੁੰਟ ਦੇ ਵਿੱਚ ਹੀ ਬਸ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹਦੇ ਵਿੱਚ ਹੀ ਬਸ ਪਹੁੰਚਦਾ ਹੀ ਨਹੀਂ ਅੰਮ੍ਰਿਤ ਦੇ ਕੁੰਟ ਦੇ ਵਿੱਚ। ਵੀਰ ਜੀ ਸਤੋ ਗੁਣ ਜਿਹੜੇ ਇਹ ਵੀ ਵਿਖਿਆ ਕੇ ਕੁੰਟੀ ਹੋਏ ਨਹੀਂ। ਸਤੋ ਗੁਣ ਜਿਹੜੇ ਇਹ ਤਾਂ ਚਾਹੀਦੇ ਆ ਵੀਰ ਜੀ, ਇਹ ਤਾਂ ਚਾਹੀਦੇ। ਇਹਦੇ ਬਗੈਰ ਤਾਂ ਆਪਾਂ ਅੰਮ੍ਰਿਤ ਤੱਕ ਜਾ ਹੀ ਨਹੀਂ ਸਕਦੇ। ਰਜੋ ਤਮੋ ਸਤੋ ਤਿੰਨੋਂ ਚੀਜ਼ਾਂ ਛੱਡ ਕੇ ਫੇਰ ਨਹੀਂ ਜਾਣਾ ਉਧਰ ਪਾਸੇ। ਨਹੀਂ ਵੀਰ ਜੀ, ਸਤੋ ਗੁਣ ਤਾਂ ਲੈਣੇ ਆਪਾਂ ਨੇ, ਸਤੋ ਗੁਣ ਤਾਂ ਚਾਹੀਦੇ ਆਪਾਂ ਨੂੰ। ਠੀਕ ਹੈ। ਹਾਂ, ਸਤੋ ਗੁਣ ਤਾਂ ਚਾਹੀਦੇ ਆਪਾਂ ਨੂੰ। ਦੁਨੀਆ, ਸਾਰੀ ਦੁਨੀਆ ਦਾ ਜਿਹੜਾ ਹੈਗਾ ਆਪਾਂ ਨੇ ਆਪਣੇ ਵਰਗਾ ਸਮਝਣਾ ਹੈ, ਦੁਨੀਆ ਦੀ ਸੇਵਾ ਕਰਨੀ ਆ ਆਪਾਂ। ਜਿਹੜੇ ਜਦ ਬਿਰਤੀ ਆਊਗੀ ਤਦ ਹੀ ਤਾਂ ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਨਜ਼ਰ ਆਊਗਾ ਆਪਾਂ ਨੂੰ। ਸੋ ਰਜੋ ਤਮੋ ਤੋਂ ਕੱਲੇ ਤੋਂ ਬਚਣਾ। ਹਾਂ, ਸਤੋ ਗੁਣ ਲੈਣੇ ਆਪਾਂ ਨੇ, ਬਿਲਕੁਲ ਠੀਕ ਹੈ। ਹਾਂਜੀ ਭਾਜੀ ਇਹਦੇ ਚ ਹੋਰ ਵੀ ਭਾਜੀ ਇੱਕ ਹੋਰ ਵੀ ਨਜ਼ਰ ਆ ਰਿਹਾ ਕਿ ਵੀ ਆਸ-ਪਾਸ ਮਤਲਬ ਜਾਂ ਪਾਸਟ ਜਾਂ ਫਿਊਚਰ ਦੋਨੋਂ ਪਾਸੇ ਵਿਖਿਆ ਦੇ ਕੁੰਡ ਹੈਗੇ ਆ। ਜਿਹੜਾ ਸੈਂਟਰ ਦੇ ਵਿੱਚ ਹੈਗਾ ਜਿੱਥੇ ਨਿਰਵਿਚਾਰ ਅਵਸਥਾ, ਉੱਥੇ ਅੰਮ੍ਰਿਤ ਦਾ ਕੁੰਡ ਹੈ। ਨਿਰਵਿਚਾਰ ਦੇ ਵਿੱਚੋਂ ਲੰਘ ਹੀ ਜਾਣਾ ਪੈਣਾ, ਉੱਥੋਂ ਹੀ ਅੰਮ੍ਰਿਤ ਦੀ ਪ੍ਰਾਪਤੀ ਹੋਣੀ ਹੈ। ਕੁਛ ਏਦਾਂ ਵੀ ਇਹਦੇ ਮਤਲਬ ਜਿਵੇਂ ਕਹਿਣਾ ਚਾਹ ਰਹੇ ਨੇ। ਨਹੀਂ, ਐਵੇਂ ਨਹੀਂ ਹੈ ਵੀਰ ਜੀ, ਐਵੇਂ ਤਾਂ ਨਹੀਂ ਹੈਗਾ। ਦੇਖੋ ਆਸ ਪਾਸ ਦਾ ਮਤਲਬ ਹੈ ਵੀ ਤੇਰੇ ਚਾਰੋਂ ਪਾਸੇ ਖਿਲ ਰਹੇ ਹੋਏ ਆ। ਆਸ ਪਾਸ ਮਤਲਬ ਪ੍ਰੈਜ਼ੈਂਟ ਦੇ ਵਿੱਚ ਵੀ ਤਾਂ ਹੈਗੇ ਆ, ਪ੍ਰੈਜ਼ੈਂਟ ਦੇ ਵਿੱਚ ਨਹੀਂ ਫਿਰ ਉਹ ਵਿਚਾਰਾਂ ਦਾ ਹੀ ਉਹ ਪ੍ਰੈਜ਼ੈਂਟ ਚ ਨਹੀਂ ਪ੍ਰੈਜ਼ੈਂਟ ਚ ਤਾਂ ਹੋ ਹੀ ਨਹੀਂ ਸਕਦੇ ਨਾ ਜੀ। ਨਹੀਂ ਪ੍ਰੈਜ਼ੈਂਟ ਵਿਚਾਰਾਂ ਦੇ ਜਾਲ ਚ ਹੀ ਫਸੇ ਹੋਏ ਆ ਨਾ, ਚਾਹੇ ਆਪਾਂ ਪਾਸਟ ਦੇ ਆ ਜਾਂ ਚਾਹੇ ਫਿਊਚਰ ਦੇ ਆ, ਜਾਂ ਉਹੀ ਵਿਖਿਆ ਦੇ ਕੁੰਡ ਹੈ ਸਾਰੇ। ਜੇ ਉਹਨਾਂ ਦੇ ਅਨੁਸਾਰ ਹੀ ਆਪਾਂ ਕੰਮ ਕਰਦੇ ਆ ਤਾਂ ਉਹ ਵਿਖਿਆ ਦਾ ਕੁੰਡ ਹੀ ਬਣਿਆ ਨਾ। ਆਪਾਂ ਪ੍ਰੈਜ਼ੈਂਟ ਦੇ ਵਿੱਚ ਹੈਗੇ ਆ ਭਾਈ ਸਾਹਿਬ ਜੀ, ਆਪਾਂ ਪ੍ਰੈਜ਼ੈਂਟ ਦੇ ਵਿੱਚ ਹੈਗੇ ਆ, ਤਾਂ ਵੀ ਜਿਹੜੇ ਹੈਗੇ ਵਿਖਿਆ ਦੇ ਕੁੰਡ ਥੋੜੀ ਨਾ ਕਿਤੇ ਚਲੇ ਗਏ ਆ, ਉਹ ਤਾਂ ਉੱਥੇ ਹੀ ਹੈਗੇ ਆ। ਵਿਖਿਆ ਆਪਾਂ ਹੀ ਜਿਹੜੇ ਹੈਗੇ ਪਾਸੇ ਹੋ ਗਏ ਆਪਾਂ ਤਾਂ ਹੀ ਹੈ ਨਾ ਜੀ। ਚਲੋ ਠੀਕ ਹੈ ਜੀ, ਤੁਹਾਡੀ ਹਾਂ, ਆਪਾਂ ਉਹੀ ਤਾਂ ਮਹਾਰਾਜ ਕਹਿ ਰਹੇ, ਕਹਿੰਦੇ ਕਿ ਇਸ ਚੀਜ਼ ਤੋਂ ਜਿਹੜਾ ਹੈਗਾ ਆਪਣੇ ਮਨ ਨੂੰ ਆਪਾਂ ਨੇ ਕੰਟਰੋਲ ਕਰਨਾ ਹੈ। ਬਸ ਆਹੀ ਹੈਗਾ ਇਹਦੇ ਵਿੱਚ। ਜਿਹੜਾ ਮਨ ਹੈਗਾ ਵਿਚਾਰਾਂ ਦੇ ਅਧੀਨ, ਜੇ ਤੁਸੀਂ ਜਿਹੜੀ ਗੱਲ ਕਰਨਾ ਚਾਹੁੰਦੇ ਹੋ ਉਹ ਆਹ ਗੱਲ ਹੈਗੀ, ਮਨ ਵਿਚਾਰਾਂ ਦੇ ਅਧੀਨ ਹੈਗਾ,
ਵਿਚਾਰਾਂ ਤੇ ਕਾਬੂ ਪਾ ਲਿਆ ਤੇ ਤੁਹਾਡਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਹੀ ਹੋ ਜਾਂਦਾ ਹੈ। ਗੱਲ ਤੁਹਾਡੀ ਵੀ ਪਾਸਟ ਤੇ ਫਿਊਚਰ 100% ਜਿਹੜਾ ਹੈਗਾ ਨਾ ਪ੍ਰੈਜ਼ੈਂਟ ਦੇ ਵਿੱਚ ਵਿਚਾਰ ਮੁਕਤ ਹੋਣਾ ਪਊਗਾ। ਹਾਂ ਫਿਰ ਹੋਊਗਾ। ਬਸ ਇਹ ਪ੍ਰੈਕਟੀਕਲ ਚੀਜ਼ ਹੈ। ਉਹ ਤੇ ਤੁਹਾਨੂੰ ਚੰਬੜਨਗੇ ਨਾ ਚਾਰੋਂ ਪਾਸੇ। ਹਾਂ ਪ੍ਰੈਕਟੀਕਲ ਚੀਜ਼ ਹੈਗੀ ਬਈ ਹਾਂ ਵਿਚਾਰਾਂ ਤੋਂ ਬਾਅਦ। ਬਿਲਕੁਲ। ਹਾਂਜੀ ਹਾਂਜੀ ਪਰ ਕੁੰਟ ਤਾਂ ਉੱਥੇ ਹੀ ਹੈਗੇ, ਕੁੰਟ ਨਹੀਂ ਜਾਂਦੇ ਕਿਤੇ। ਤੇ ਭਾਜੀ ਜਿੱਦਾਂ ਤੁਸੀਂ ਕਿਹਾ ਕਿ ਸਤੋ ਗੁਣ ਲੈਣੇ ਆ, ਜੇ ਤਮੋ ਰਜੋ ਛੱਡੇ ਤੇ ਸਤੋ ਗੁਣ ਵੀ ਲੈਣੇ ਆ, ਤਾਂ ਜਿਹੜਾ ਮਹੱਤਵ ਆ ਉਹ ਤਾਂ ਤ੍ਰਿਆ ਅਵਸਥਾ ਦਾ ਆ। ਕਿਉਂਕਿ ਜੇ ਤੂੰ ਚੰਗੇ ਗੁਣ ਵੀ ਕਰਦਾ, ਹਸਪਤਾਲ ਬਣਾ ਦਿੰਦਾ ਜਾਂ ਕੁਛ ਵੀ ਕਰਦਾ, ਤਾਂ ਫੇਰ ਵੀ ਤਾਂ ਆਉਣਾ ਹੀ ਪੈਣਾ ਤੈਨੂੰ, ਕਿਉਂਕਿ ਉਹਦਾ ਫਲ ਮਿਲਣਾ ਹੀ ਮਿਲਣਾ। ਨਹੀਂ ਦੇਖੋ ਤੁਸੀਂ ਇਹਦੇ ਵਿੱਚ 3 ਗੁਣਾਂ ਦੇ ਵਿੱਚ ਰਹੋਗੇ ਤੇ ਚੌਥੇ ਗੁਣ ਜਿਹੜਾ ਧਿਆਨ ਸਿਮਰਨ ਨਹੀਂ ਕਰੋਗੇ ਤੇ ਤਾਂ ਆਉਣਾ ਪਊਗਾ ਚੌਥੇ ਗੁਣ ਵਾਸਤੇ। ਕਿਉਂਕਿ ਜਿਹੜਾ ਇਨਸਾਨ ਧਿਆਨ ਸਿਮਰਨ ਕਰਨ ਵਾਲਾ ਹੈ ਉਹਦੇ ਅੰਦਰ ਸਤੋ ਗੁਣ ਆਉਣੇ ਲਾਜ਼ਮੀ ਹੈਗੇ। ਉਹ ਥੋੜੀ ਨਾ ਜਾ ਕੇ ਕਿਸੇ ਨੂੰ ਜਿਹੜਾ ਹੈਗਾ ਹਰਟ ਕਰੂਗਾ, ਕਿਸੇ ਦਾ ਦਿਲ ਦੁਖਾਊਗਾ, ਕਿਸੇ ਦੇ ਨਾਲ ਲੁੱਟਮਾਰ ਕਰੂਗਾ। ਸਮਝ ਗਏ ਮੇਰੀ ਗੱਲ? ਨਹੀਂ ਉਹ ਤਾਂ ਮੈਂ ਸਮਝਦਾ ਤੁਹਾਡੀ ਗੱਲ ਕਿ ਤ੍ਰਿਆ ਅਵਸਥਾ ਦੇ ਵਿੱਚ ਆ ਕੇ ਅਵਸਥਾ ਏਦਾਂ ਦੀ ਹੋ ਜਾਂਦੀ ਹੈ ਕਿ ਸਾਰੇ ਮਿੱਤਰ ਲੱਗਦੇ ਆ, ਕੋਈ ਮਤਲਬ ਬਗਾਨਾ ਲੱਗਦਾ ਹੀ ਨਹੀਂ। ਪਰ ਜੇ ਸਤੋ ਤਮੋ ਗੁਣ ਰਜੋ ਗੁਣ ਸਤੋ ਗੁਣ ਕਰਨੇ ਕਿ ਬਹੁਤ ਭਲਾਈ ਦਾ ਕੰਮ ਕਰਨਾ, ਜਿੰਨੇ ਤੁਸੀਂ ਚੰਗੇ ਕਰਮ ਕਰਦੇ ਆ ਔਰ ਉਹਦਾ ਤੁਹਾਨੂੰ ਫਲ ਵੀ ਮਿਲਦਾ ਚੰਗਿਆਂ ਦਾ ਵੀ। ਉਹ ਤੁਸੀਂ ਜਿਹੜਾ ਨਾ 3 ਗੁਣਾਂ ਦੇ ਵਿੱਚ ਜਿਹੜਾ ਹੈਗਾ ਤੁਸੀਂ ਚੌਥੇ ਗੁਣ ਨੂੰ ਛੱਡ ਦਿੱਤਾ। ਚੌਥਾ ਗੁਣ ਤੁਸੀਂ ਜਿਹੜੇ ਹੈਗੇ 3 ਗੁਣਾਂ ਦੀ ਗੱਲ ਕਰ ਰਹੇ ਹੋ। ਜੇ 3 ਗੁਣਾਂ ਦੇ ਵਿੱਚ ਰਵਾਂਗੇ ਆਪਾਂ ਸਤੋ ਗੁਣ ਦੇ ਵਿੱਚ ਤੇ ਆਪਾਂ ਨਾ ਜਨਮ ਮਰਨ ਨਹੀਂ ਜਾਏਗਾ। ਉਹ ਤੁਹਾਡੀ ਆਹ ਗੱਲ ਕਹਿ ਰਹੇ ਹੋ ਤੁਸੀਂ। ਜੇ ਆਪਾਂ ਚਲੋ ਠੀਕ ਹੈ, ਮੈਂ ਸਮਝ ਗਿਆ ਕਿ ਜੇ ਮਤਲਬ ਸਤੋ ਗੁਣ ਬੰਦੇ ਦੇ ਨੈਚੁਰਲੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਪਰ ਜੇ ਮੈਂ ਕਹਿੰਦਾ ਕਿ ਬੰਦਾ ਕਰੇ ਸਤੋ ਗੁਣ ਤੇ ਪਰ ਉਹਦਾ ਕਹਿੰਦੇ ਨਹੀਂ ਗੁਣ ਅਵਗੁਣ ਮਤਲਬ ਇੱਕ ਸਮਾਨ। ਜੇ ਚੰਗੇ ਵੀ ਕਰਦਾ ਤਾਂ ਵੀ ਮਾੜਾ ਹੈ ਤੇ ਮਾੜੇ ਵੀ ਕਰਦਾ, ਕਿਉਂਕਿ ਫੇਰ ਤੇ ਤੈਨੂੰ ਆਉਣਾ ਹੀ ਪੈਣਾ। ਨਹੀਂ ਉਹ ਤੁਸੀਂ ਅਵਸਥਾ ਨਹੀਂ, ਉਹ ਤਾਂ ਫਿਰ ਇਹ ਨਾ ਜੀ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਦ। ਤੇ ਗੁਣ ਅਵਗੁਣ ਜਿਹੜੇ ਨਹੀਂ ਚਲੋ ਹਾਂਜੀ ਇਹ ਜਿਹੜਾ ਨਾ ਗੁਣ ਅਵਗੁਣ ਜਿਹੜੇ ਹੈਗੇ ਆ ਦੋਨੋਂ ਜਿਹੜੇ ਹੈਗੇ ਇੱਕ ਸਮਾਨ ਜਿਹੜੇ ਹੈਗੇ ਇਸ ਤਰ੍ਹਾਂ ਨਹੀਂ ਹੈ। ਪਾਪ ਪੁੰਨ ਦੋਏ ਇੱਕ ਸਮਾਨ ਆ, ਇਸ ਤਰ੍ਹਾਂ ਦੀ ਗੱਲ ਹੈਗੀ ਆ। ਗੁਣ ਤਾਂ ਲੈਣੇ ਆ। ਹਾਂ ਤੁਸੀਂ ਉਹਨਾਂ ਦਾ ਦੂਜੀ ਤਰ੍ਹਾਂ ਕਿਹਾ। ਹਾਂ ਨਹੀਂ ਕਨਫਿਊਜ਼ ਹੋ ਜਾਂਦੇ ਨੇ। ਪਾਪ ਪੁੰਨ ਤੇ ਗੁਣ ਅਵਗੁਣ ਦੇ ਵਿੱਚ ਬਹੁਤ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਗੁਣਾਂ ਦੇ ਬਗੈਰ ਤਾਂ ਆਪਾਂ ਗੁਣ ਹੀ ਤਾਂ ਲੈਣੇ ਆ। ਇਹ ਸਾਰਾ ਧਿਆਨ ਸਿਮਰਨ ਕਰਨਾ ਹੈ। ਸਾਰਾ ਕੁਝ ਕਰਨ ਦਾ ਮਕਸਦ ਹੀ ਹੈਗਾ ਆਪਣੇ ਅੰਦਰ ਗੁਣ ਪੈਦਾ ਹੋ ਜਾਣ। ਬਸ ਗੁਣ ਪੈਦਾ ਹੋ ਗਏ ਆਪਣੇ ਅੰਦਰ, ਅਵਗੁਣ ਚਲੇ ਗਏ ਤੇ ਫਿਰ ਹੋਰ ਕੀ ਕਰਨਾ ਹੈ ਆਪਾਂ ਨੇ? ਬਸ ਫਿਰ ਤਾਂ ਸਾਗਰ ਦੇ ਵਿੱਚ ਹੈ, ਬੂੰਦ ਸਾਗਰ ਦੇ ਵਿੱਚ ਹੈਗੀ। ਚਲਿਏ ਜੀ। ऐसा करो विचार ज्ञानी जानते पाइए पद निर्वाणी आस पास बिखुआ के कुंटा बीच अमृत है पाई रे। ये हो गया जी। रहाओ सिंचन हारे एक के माली। ਹੁਣ ਦੇਖ ਲਓ, ਹੁਣ ਮਾਲੀ ਜਿਹੜਾ ਪਰਮਾਤਮਾ ਹੈਗਾ ਉਹ ਕਹਿੰਦਾ ਮੈਂ ਤਾਂ ਵਿਖਿਆ ਨੂੰ ਵੀ ਸਿੰਚਦਾ ਹੈ, ਮੈਂ ਜਿਹੜਾ ਹੈਗਾ ਅੰਮ੍ਰਿਤ ਨੂੰ ਵੀ ਸਿੰਚਦਾ ਹੈ। ਮੈਨੂੰ ਕੋਈ ਨਹੀਂ, ਮੈਂ ਦੋਨਾਂ ਨੂੰ ਇਕੁਅਲ ਹੈ। ਮੇਰੇ ਵਾਸਤੇ ਜਿਹੜਾ ਜਿਸ ਤਰ੍ਹਾਂ ਮੈਜੋਰਟੀ ਜਿਹੜੀ ਦੁਨੀਆ ਵਿਖਿਆ ਦੇ ਵਿੱਚ ਘੁੰਮ ਰਹੀ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਆਪ ਵਿਖਿਆ ਦੇ ਫਲ ਚਾਹੀਦੇ ਆ ਤੇ ਉਹ ਵੀ ਤਾਂ ਬੂਟੇ ਫਲੀ ਭੂਤ ਹੋਣੇ ਚਾਹੀਦੇ। ਸਿੰਚਨ ਹਾਰੇ ਇੱਕ ਹੈ ਮਾਲੀ ਖਬਰ ਕਰਤਾ ਹੈ ਪਾਤ ਪੱਤ ਡਾਲੀ। ਕਹਿੰਦੇ ਉਹ ਤਾਂ ਪੱਤੇ ਦੀ ਡਾਲ ਦੀ ਖਬਰ ਹੈਗੀ ਉਹਨੂੰ, ਇੱਕ ਦੀ ਖਬਰ ਹੈ, ਕੀੜੀ ਦੀ ਛੋਟੇ ਤੋਂ ਜਾਨਵਰ ਦੀ ਵੀ ਉਹਨਾਂ ਨੂੰ ਮਾਲਕ ਪਰਮਾਤਮਾ ਨੂੰ ਖਬਰ ਹੈ। ਹਰ ਇਨਸਾਨ ਦੇ ਬਾਰੇ ਜਿਹੜਾ ਹੈਗਾ ਮਾਲਕ ਜਾਣਦਾ ਹੈ। ਹਰੇਕ ਦੇ ਕਰਮ ਜਿਹੜੇ ਹੈਗੇ, ਹਰੇਕ ਦਾ ਇੱਕ ਚੀਜ਼ ਦਾ ਪਤਾ ਹੈ ਉਸ ਮਾਲਕ ਨੂੰ। ਖਬਰ ਕਰਤਾ ਹੈ ਪਾਤ ਪੱਤ ਡਾਲੀ। ਇਹ ਜਿਹੜੇ ਬੂਟੇ ਹੈਗੇ ਆ, ਬੂਟਿਆਂ ਦੀ ਗੱਲ ਕਰ ਰਹੇ ਨਾ ਮਹਾਰਾਜ। ਸਾਰੇ ਇਨਸਾਨਾਂ ਨੂੰ ਮਹਾਰਾਜ ਬੂਟੇ ਕਹਿ ਰਹੇ ਆ, ਪੇੜ ਕਹਿ ਰਹੇ ਆ, ਕਿਉਂਕਿ ਸਟਾਰਟ ਸ਼ਬਦ ਇੱਥੋਂ ਹੀ ਹੋਇਆ ਸੀਗਾ। ਇੱਕ ਬਗੀਚਾ ਪੇੜ ਘਨ ਕਰਿਆ। ਪੇੜ ਜਿਹੜੇ ਹੈਗੇ ਆਪਾਂ ਖਾਲੀ ਇਨਸਾਨ ਦੇ ਉੱਤੇ ਚੱਲੋ ਤੇ ਬਾਣੀ ਜਿਹੜੀ ਹੈਗੀ ਜਲਦੀ ਜਿਹੜੀ ਹੈਗੀ ਸਹੀ ਆਪਾਂ ਪਕੜ ਪਾਵਾਂਗੇ। ਤੇ ਕਹਿੰਦੇ ਸਿੰਚਨ ਹਾਰੇ ਇੱਕ ਹੈ ਮਾਲੀ ਖਬਰ ਕਰਤਾ ਹੈ ਪਾਤ ਪੱਤ ਡਾਲੀ ਸਗਲ ਬਨਸਪਤ ਆਣ ਜੜਾਈ। ਕਹਿੰਦੇ ਮਾਲਕ ਨੇ ਇਹ ਬਗੀਚੇ ਦੇ ਵਿੱਚ ਤਰ੍ਹਾਂ ਦੀ ਜਿਹੜੀ ਹੈਗੀ ਨੈਗੇਟਿਵਿਟੀ ਪੋਜ਼ਿਟਿਵਿਟੀ ਜਿਹੜੀ ਹੈਗੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਲੱਗ ਟਾਈਪ ਦੇ ਜਿਹੜੇ ਹੈਗੇ ਬੰਦੇ ਆ, ਇਹੀ ਜਿਹੀ ਬਨਸਪਤੀ ਸਾਰੀ ਦੀ ਸਾਰੀ ਇੱਥੇ
ਲਿਆ ਕੇ ਜਿਹੜੀ ਹੈਗੀ ਇਸ ਬਗੀਚੇ ਦੇ ਵਿੱਚ ਪਾ ਦਿੱਤੀ ਹੈ ਭਾਈ। ਸਗਲ ਬਨਸਪਤਾਨ ਜੜਾਈ, ਸਗਲੀ ਫੂਲੀ ਨਿਫਲ ਨਾ ਗਾਈ। ਕਹਿੰਦੇ ਸਾਰੀ ਫਲੀਭੂਤ ਹੋਊਗੀ ਇੱਥੇ। ਕਾਮ ਕ੍ਰੋਧ ਲੋਭ ਅਹੰਕਾਰ ਜਿਹਦੇ 'ਚ ਮਰਜੀ ਮਾਇਆ ਜਿਹੜੀ ਹੈਗੀ, ਜੋ ਵੀ ਬੀਜ ਰਿਹਾ ਇਨਸਾਨ, ਸਾਰਾ ਦਾ ਸਾਰਾ ਫਲੀਭੂਤ ਹੋਏਗਾ। ਨਿਫਲ ਨਹੀਂ ਹੈ ਕੋਈ ਵੀ। ਸਗਲੀ ਫੂਲੀ ਨਿਫਲ ਨਾ ਗਾਈ, ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ। ਆ ਲਓ ਆ ਗਏ ਟਾਰਗੇਟ ਦੇ ਉੱਤੇ ਮਹਾਰਾਜ। ਫਿਰ ਕਹਿੰਦੇ ਅੰਮ੍ਰਿਤ ਫਲ ਆ ਜਿਹਨੇ ਬੀਜ ਲਿਆ, ਗੁਰੂ ਤੋਂ ਬੀਜਣਾ ਪੈਣਾ ਹੈ, ਗੁਰੂ ਤੋਂ ਗਿਆਨ ਲੈਣਾ ਪੈਣਾ ਹੈ। ਆ ਹੁਣ ਆਪਣਾ ਗੁਰੂ ਪੰਜਵੀਂ ਪਾਤਸ਼ਾਹੀ ਬੋਲ ਰਹੀ ਹੈ, ਆ ਗਿਆਨ ਦੇ ਰਹੀ ਹੈ ਆਪਾਂ ਨੂੰ, ਭਾਈ ਆਹੀ ਬੀਜਣਾ ਹੈਗਾ, ਇਸੇ ਬੀਜਣਾ, ਇਸੇ ਦੇ ਨਾਲ ਜਿਹੜਾ ਹੈਗਾ ਨਿਰਵਾਣ ਪਦ ਮਿਲਣਾ ਹੈ। ਐਸਾ ਕਰੋ ਵਿਚਾਰ ਗਿਆਨੀ, ਜਾਂ ਤੇ ਪਾਈਏ ਪਦ ਨਿਰਵਾਣੀ। ਤੇ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਨਾਨਕ ਦਾਸ ਤਰੀ ਤਿਨ ਮਾਇਆ। ਉਹਨੇ ਇਹ ਮਾਇਆ, ਇਹ ਸੰਸਾਰ ਜਿਹੜਾ ਹੈਗਾ ਤਰ ਗਿਆ। ਉਹਨੇ ਜਿਹੜਾ ਹੈਗਾ ਨਹੀਂ ਬੀਜਿਆ, ਫਿਰ ਜਿਹੜਾ ਹੈਗਾ ਉਹ ਵਿਖਿਆ ਦੇ ਕੁੰਟ ਜਿਹੜੇ ਹੈਗੇ ਉਹਦੇ ਵਿੱਚੋਂ ਦੀ ਸਾਈਡ ਤੋਂ ਹੋ ਗਿਆ। ਅੰਮ੍ਰਿਤ ਫਲ ਨਾਮ ਜਿਨੇ ਗੁਰ ਤੇ ਪਾਇਆ, ਨਾਨਕ ਦਾਸ ਤਰੀ ਤਿਨੇ ਮਾਇਆ। ਉਹਨਾਂ ਨੇ ਉਹ ਮਾਇਆ ਤਰ ਗਏ। ਹੁਣ ਇੱਕ ਜਗ੍ਹਾ ਆਉਂਦਾ ਹੈ, ਦੇਖੋ ਕਿ ਅਬ ਕਲੂ ਆਏ ਉਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ। ਉਹ ਬਸੰਤ ਰਾਗ ਦੇ ਵਿੱਚ ਹੈਗਾ ਸ਼ਬਦ, ਉਹ ਵੀ ਆਪਾਂ ਲਈਏ। ਇਹ ਕਿਸੇ ਨੇ ਕੱਢਣਾ ਹੈਗਾ ਤੇ 1185 ਅੰਗ ਦੇ ਉੱਤੇ ਹੈਗਾ ਜੀ। ਬਸੰਤ ਮਹਲਾ ਪੰਜਵਾਂ, ਇਸੇ ਪਾਤਸ਼ਾਹੀ ਦਾ ਸ਼ਬਦ ਹੈਗਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੇਖ ਫੂਲ ਫੂਲ ਫੂਲੇ, ਇੱਕ ਦੱਦਾ ਪਾ ਦੋ ਤੇ 3 ਫੱਫੇ ਪਾ ਦੋ, ਆ ਜਾਏਗਾ ਸ਼ਬਦ। ਦੇਖ ਫੂਲ ਫੂਲ ਫੂਲੇ, ਅਹੰਗ ਤਿਆਗ ਤਿਆਗੇ। ਕਹਿੰਦੇ ਦੇਖ ਲਾ ਮਿੱਤਰ, ਜੇ ਫਲੀਭੂਤ ਹੋਣਾ ਹੈ ਨਾ, ਜੇ ਤੂੰ ਚਾਹੁੰਦਾ ਆ ਕਿ ਤੇਰਾ ਨਾਮ ਦਾ ਬੂਟਾ ਜਿਹੜਾ ਹੈਗਾ ਫਲ ਦੇ ਦੇ, ਫਲੀਭੂਤ ਹੋ ਜਾਏ, ਤੇ ਹਉਮੈ ਨੂੰ ਤਿਆਗਣਾ ਪਊਗਾ ਤੈਨੂੰ। ਅਹੰਗ ਤਿਆਗ ਤਿਆਗੇ, ਔਰ ਇੱਕਦਮ ਨਹੀਂ ਤਿਆਗੀ ਜਾਣੀ ਵੀ ਕਹਤਾ ਮੈਂ ਹਉਮੈ ਤਿਆਗਤੀ, ਨਹੀਂ। ਹੌਲੀ 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 ਧਿਆਨ ਸਿਮਰਨ ਕਰਦਾ ਜਾਏਗਾ ਤੇ ਮਨ ਦੇ ਵਿੱਚ ਪਾਵਰ ਆਈ ਜਾਊਗੀ ਤੇ ਹਉਮੈ ਤਿਆਗੀ ਜਾਏਗੀ ਤੇਰੀ। ਦੇਖ ਫੂਲ ਫੂਲ ਫੂਲੇ, ਇਸ ਤਰ੍ਹਾਂ ਤੇਰੇ ਨਾਮ ਵਾਲੇ ਫੁੱਲ ਜਿਹੜੇ ਹੈਗੇ, ਨਾਮ ਵਾਲੇ ਫਲ ਲੱਗਣੇ ਆ ਭਾਈ, ਫੁੱਲ ਲੱਗਣੇ, ਫਿਰ ਫਲ ਲੱਗਣੇ, ਫਲੀਭੂਤ ਹੋ ਜਾਏਗਾ ਤੇਰੇ ਅੰਦਰ। ਦੇਖ ਫੂਲ ਫੂਲ ਫੂਲੇ, ਅਹੰਗ ਤਿਆਗ ਤਿਆਗੇ, ਚਰਨ ਕਮਲ ਭਾਗੇ। ਪਰਮੇਸ਼ਰ ਦੇ ਚਰਨ ਕਮਲ, ਧਿਆਨ ਸਿਮਰਨ, ਸ਼ਬਦ ਰੂਪੀ ਚਰਨ, ਇਹਨਾਂ ਤੇ ਪੈਰਾਂ ਤੇ ਪੈ, ਚਰਨ ਕਮਲ ਭਾਗੇ, ਇਹਨਾਂ ਨੂੰ ਫੜ। ਤੁਮ ਮਿਲੋ ਪ੍ਰਭ ਸੁਭਾਗੇ। ਤਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਸ ਤੂੰ ਭਾਗਾਂ ਵਾਲਾ ਹੋ ਜਾਏਗਾ ਔਰ ਮਾਲਕ ਨੂੰ ਮਿਲ ਜਾਏਗਾ। ਤੁਮ ਮਿਲੋ ਪ੍ਰਭ ਸੁਭਾਗੇ, ਇਸ ਤਰ੍ਹਾਂ ਉਸ ਮਾਲਕ ਪਰਮਾਤਮਾ ਨੂੰ ਮਿਲੋ। ਹੇ ਭਾਗਾਂ ਵਾਲੇ ਹੋ ਜਾ। ਹੇ ਮੇਰੇ ਮਨਾ, ਦੇਖ ਫੂਲ ਫੂਲ ਫੂਲੇ, ਅਹੰਗ ਤਿਆਗ ਤਿਆਗੇ, ਚਰਨ ਕਮਲ ਭਾਗੇ, ਤੁਮ ਮਿਲੋ ਪ੍ਰਭ ਸੁਭਾਗੇ। ਹਰ ਚੇਤ ਮਨ ਮੇਰੇ। ਹੇ ਮੇਰੇ ਮਨਾ, ਉਹ ਮਾਲਕ ਪਰਮਾਤਮਾ ਨੂੰ ਚੇਤੇ ਕਰ। ਦੇਖੋ ਮਾਲਕ ਨੂੰ ਚੇਤੇ ਕਰਨਾ, ਆਪਾਂ ਵਾਹਿਗੁਰੂ ਵਾਹਿਗੁਰੂ ਹਰੀਓਮ ਜੋ ਵੀ ਮਾਲਕ ਪਰਮਾਤਮਾ ਦਾ ਨਾਮ ਲੈਨੇ, ਕਿਉਂ ਲੈਨੇ? ਕਿਉਂਕਿ ਮਾਲਕ ਆਪਾਂ ਨੂੰ ਆਪਣੇ ਅੰਗ ਸੰਗ ਜਿਹੜਾ ਹਰ ਟਾਈਮ ਚਿੱਤ ਦੇ ਵਿੱਚ ਰਹੇ। ਮਾਲਕ ਪਰਮਾਤਮਾ ਮਾਲਕ ਚਿੱਤ ਦੇ ਵਿੱਚ ਰਹੇਗਾ ਤੇ ਆਪਾਂ ਜਿਹੜੇ ਹੈਗੇ ਆ ਇਹ ਵਿਖਿਆ ਕੇ ਕੁੰਟਾਂ ਤੋਂ ਬਚ ਜਾਵਾਂਗੇ। ਦੇਖ ਫੂਲ ਫੂਲੇ, ਅਹੰਗ ਤਿਆਗ ਤਿਆਗੇ, ਚਰਨ ਕਮਲ ਭਾਗੇ, ਤੁਮ ਮਿਲੋ ਪ੍ਰਭ ਸੁਭਾਗੇ, ਹਰ ਚੇਤ ਮਨ ਮੇਰੇ ਰਹਾਓ। ਅਸੀਂ 1185 ਅੰਗ ਦੇ ਉੱਤੇ ਹੈਗੇ ਜੀ। ਇੱਕ ਪ੍ਰਮਾਣ ਲੈ ਰਹੇ ਹਾਂ, ਬਸੰਤ ਮਹਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੇਖ ਫੂਲ ਫੂਲੇ, ਅਹੰਗ ਤਿਆਗ ਤਿਆਗੇ, ਚਰਨ ਕਮਲ ਭਾਗੇ, ਤੁਮ ਮਿਲੋ
ਪ੍ਰਭ ਸਪਾਗੇ ਹਰ ਚੇਤ ਮਨ ਮੇਰੇ ਰਹਾਓ ਸਗਨ ਬਾਸ ਕੂਲੇ। ਸਗਨ ਕਹਿੰਦੇ ਆ ਘਣਾ ਜਿਹੜਾ ਹੈਗਾ ਇਹ ਤੇਰਾ ਜਿਹੜਾ ਹੈਗਾ ਇਹ ਅੰਮ੍ਰਿਤ ਦਾ ਜਿਹੜਾ ਦਰਖਤ ਹੈਗਾ ਤੇਰਾ ਭਾਈ, ਇਹਦੇ ਵਿੱਚ ਘਣਾ ਛਾਂ ਹੋ ਜਾਏਗੀ, ਘਣਾ ਫੁੱਲ ਫਲੀਭੂਤ ਹੋ ਜਾਏਗਾ, ਇਹਦੇ ਅੰਦਰੋਂ ਖੁਸ਼ਬੂ ਆ ਜਾਏਗੀ। ਇਹ ਕੂਲੇ ਪੱਤੀਆਂ, ਕੂਲੇ ਫੁੱਲ, ਕੂਲੇ ਇਹਦੇ ਅੰਦਰ ਫਲ ਲੱਗ ਜਾਣਗੇ। ਸਗਨ ਬਾਸ ਕੂਲੇ ਇੱਕ ਰਹੇ ਸੂਕ ਕਠੂਲੇ। ਪਰ ਇੱਕ ਜਿਹੜੇ ਹੈਗੇ ਨਹੀਂ ਬੀਜਦੇ ਪਾਏ, ਉਹ ਜਿਹੜੇ ਹੈਗੇ ਮਾਇਆ ਦੇ ਜਿਹੜੇ ਵਿਖਿਆ ਕੇ ਕੁੰਠ ਜਿਹੜੇ ਹੈਗੇ ਮਾਇਆ ਦੇ ਬੀਜ ਬੀਜਦੇ ਆ, ਤੇ ਫਿਰ ਕਹਿੰਦੇ ਉਹ ਤਾਂ ਫਿਰ ਸੁੱਕੇ ਰਹਿ ਜਾਂਦੇ ਆ ਪਾਏ। ਕਾਠ ਕਹਿੰਦੇ ਕਠੂਲੇ, ਲੱਕੜੀ ਸੁੱਕ ਜਾਏ ਸੁੱਕੇ ਰਹਿ ਜਾਂਦੇ। ਸਗਨ ਬਾਸ ਕੂਲੇ ਇੱਕ ਰਹੇ ਸੂਕ ਕਟੂਲੇ। ਬਸੰਤ ਰੁੱਤ ਆਈ ਪਰ ਫੁੱਲਦਾ ਰਹੇ। ਦੇਖ ਪਿਆਰਿਆ, ਆ ਤੈਨੂੰ ਮਨੁੱਖਾ ਸਰੀਰ ਮਿਲਿਆ ਆ ਨਾ, ਤੇਰੇ ਲਈ ਬਸੰਤ ਰੁੱਤ ਆ। ਇਹ ਬਸੰਤ ਰੁੱਤ ਆ ਪਿਆਰਿਆ, ਬਸੰਤ ਰੁੱਤ ਆ। ਪਰ ਫੁੱਲਦਾ ਰਹੇ, ਪ੍ਰਫੁੱਲਿਤ ਹੋ ਜਾ। ਬੀਜ ਨਾਮ ਵਾਲੇ ਬੂਟੇ ਨੂੰ ਬੀਜ, ਰੋਜ਼ ਦੇ ਪਾਣੀ। ਬਸੰਤ ਰੁੱਤ ਆਈ ਪਰ ਫੁੱਲਦਾ ਰਹੇ। ਅਬ ਕਲੂ ਆਇਓ ਰੇ। ਕਹਿੰਦੇ ਕਲ ਯੁੱਗ ਆ ਗਿਆ, ਕਲਾ ਦਾ ਯੁੱਗ ਆ ਗਿਆ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ। ਕਹਿੰਦੇ ਨਾਮ ਦੀ ਖੇਤੀ ਕਰ ਪਿਆਰਿਆ, ਨਾਮ ਦਾ ਬੀਜ, ਸਿਰਫ ਨਾਮ ਦਾ ਬੀਜ ਇਹ ਫਲੀਭੂਤ ਹੋਏਗਾ। ਅਬ ਕਲੂ ਬਾਕੀ ਵੀ ਫਲੀਭੂਤ ਹੋਣਗੇ, ਪਰ ਬਾਕੀ ਜਿਹੜੇ ਹੈਗੇ ਤੈਨੂੰ ਮਨੁੱਖਾ ਜੂਨ ਦੁਬਾਰਾ ਮਿਲਣੀ ਨਹੀਂ ਹੈ। ਫਿਰ ਬਹੁਤ ਦੂਰ ਹੀ ਵੱਜ ਜਾਏ, ਬਹੁਤ ਦੂਰ 84 ਲੱਖ ਜੂਨਾਂ ਦੇ ਵਿੱਚ ਘੁੰਮੇਗਾ। ਫਿਰ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਅਨ ਰੁੱਤ ਨਾਹੀ। ਕਹਿੰਦੇ ਹੋਰ ਕੋਈ ਬੀਜ ਬੀਜਣ ਦੀ ਰੁੱਤ ਨਹੀਂ ਹੈਗੀ। ਰੁੱਤ ਵੀ ਚਾਹੀਦੀ ਆ ਭਾਈ। ਜੇ ਹੁਣ ਜਿਹੜਾ ਹੈਗਾ ਚੌਲਾਂ ਦੇ ਟਾਈਮ ਤੇ ਕਣਕ ਬੀਜੀਏ, ਕਣਕ ਦੇ ਟਾਈਮ 'ਚ ਚੌਲ ਬੀਜੀਏ, ਉਹ ਥੋੜ੍ਹੀ ਨਾ ਹੋ ਸਕਦਾ। ਔਰ ਦੂਸਰੀ ਚੀਜ਼ ਜਿਹੜਾ ਬੀਜ ਜਿਹੜਾ ਸਾਬਤ ਹੋਣਾ ਚਾਹੀਦਾ, ਦੁਫਾੜ ਨਾ ਹੋਏ। ਆਪਣਾ ਤਾਂ ਜਿਹੜਾ ਹੈਗਾ ਅੱਧਾ ਜਿਹੜਾ ਮਾਇਆ ਦੇ ਵੱਲ ਹੁੰਦੇ ਆ, ਅੱਧਾ ਇੱਧਰ ਹੁੰਦੇ ਆ ਆਪਾਂ। ਇਹ ਬੀਜ ਵਾਸਤੇ ਬਸੰਤ ਰੁੱਤ ਆ ਜੀ, ਕਲਯੁਗ ਨਾਮ ਵਾਸਤੇ। ਹਾਂ ਬਿਲਕੁਲ ਹੈਗੀ ਆ। ਦੇਖ ਲਓ ਕਿੰਨਾ ਜ਼ਬਰਦਸਤ ਪਿਆਰੇ ਮਹਾਰਾਜ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਅਨ ਰੁੱਤ ਨਾਹੀ ਮਤ ਪਰਮ ਭੂਲੋ। ਬਸ ਕਹਿੰਦੇ ਮਾਇਆ ਨੂੰ ਦੇਖ ਕੇ, ਭਰਮ ਨੂੰ ਦੇਖ ਕੇ ਨਾ ਭੁੱਲੋ ਭਾਈ, ਨਾ ਭੁੱਲੋ। ਵੀਰ ਜੀ ਆ ਤੁਹਾਡਾ ਮਾਈਕ ਸਾਨੂੰ ਕਰਨ ਲੱਗ ਗਿਆ, ਇੱਕ ਸੈਕਿੰਡ। ਮਤ ਪਰਮ ਭੂਲੋ ਅਨਰੁੱਤ, ਇੱਕ ਨਾਮ ਬੋਵੋ ਅਨਰੁੱਤ ਨਾਹੀ ਮਤ ਪਰਮ ਭੂਲੋ ਗੁਰ ਮਿਲੇ ਹਰ ਪਾਏ। ਕਹਿੰਦੇ ਗੁਰੂ ਨੂੰ ਮਿਲਣਾ ਪਊਗਾ ਤਾਂ ਤੂੰ ਪਰਮਾਤਮਾ ਤੇਰੇ ਅੰਦਰ ਪ੍ਰਗਟ ਹੋਊਗਾ। ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ। ਕਹਿੰਦੇ ਜਿਹਦੇ ਮੱਥੇ ਤੇ ਲੇਖ ਹੈਗਾ ਪਾਏ, ਜਿਹਦੇ ਪਿਛਲੇ ਸੰਸਕਾਰ ਹੈਗੇ ਆ, ਜਿਹਨੇ ਚੁਆਇਸ ਕੀਤੀ ਹੈ। ਨਹੀਂ ਹੈਗੇ ਤੇ ਇਸ ਟਾਈਮ ਚੁਆਇਸ ਕਰ ਲਿਆ ਆਪਾਂ। ਉਹ ਮਾਲਕ ਤਾਂ ਆਹੀ ਕੰਮ ਤਾਂ ਚਾਹੁੰਦਾ ਹੈ, ਮਾਲਕ ਪਰਮਾਤਮਾ ਵੀ ਕੋਈ ਚੁਆਇਸ ਹੀ ਨਹੀਂ ਕਰਦਾ। ਕੋਈ ਨਾਮ ਵਾਲੇ ਬੀਜ ਬੀਜਣ ਨੂੰ, ਇਹ ਖੇਤੀ ਕਰਨ ਨੂੰ ਕੋਈ ਚਾਹੁੰਦਾ ਹੀ ਨਹੀਂ ਹੈਗਾ। ਮਤ ਪਰਮ ਭੂਲੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ। ਮਨ ਰੁੱਤ ਨਾਮ ਰੇ। ਹੇ ਮੇਰੇ ਮਨਾ, ਦੇਖੋ ਮਨ ਨੇ ਬੀਜਣਾ ਹੈਗਾ। ਰੁੱਤੀ ਨਾਮ ਦੀ ਹੈ, ਸੁਰਤ ਦੇ ਦੁਆਰਾ ਬੀਜ ਬੀਜਿਆ ਜਾਣਾ ਹੈ। ਮਨ ਰੁੱਤ ਨਾਮ ਰੇ ਗੁਣ ਕਹੈ ਨਾਨਕ ਹਰ ਹਰੇ। ਆ ਬੀਜ ਹੈ ਭਾਈ, ਗੁਣ ਕਹੈ ਨਾਨਕ ਹਰ ਹਰੇ। ਹੁਣ ਵਾਪਸ ਆਪਾਂ ਜਿਹੜੇ ਹੈਗੇ ਉਹ ਜਿਹੜਾ ਵੀਰ ਜੀ ਜਿਸ ਮਸਤਕ ਹੈ ਲੇਖਾ। ਹੁਣ ਜਿਹੜੇ ਆਪਾਂ ਹੁਣ ਸਾਰੇ ਸੁਣਦੇ ਆ, ਐਟਲੀਸਟ 20-25 ਜਾਣੇ, ਹਾਂਜੀ ਇਹਨਾਂ ਦੇ ਮਸਤਕ ਤੇ ਤਾਂ ਲੇਖ ਲਿਖਿਆ ਵੀ ਤੁਸੀਂ ਨਾਮ ਜਪੋ। ਇਹਨਾਂ ਨੂੰ ਤਾਂ ਪਤਾ ਹੈ, ਜਿਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਉਹਨਾਂ ਨੇ ਤਾਂ ਕੀ ਜਪਣਾ ਹੈ। ਜੇ ਆਪਾਂ ਹੀ ਨਹੀਂ ਜਪਦੇ ਤਾਂ ਫਿਰ ਬਾਕੀ ਨੇ ਤਾਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ,
ਬਿਲਕੁਲ ਸਹੀ ਗੱਲ ਹੈ ਵੀਰ ਜੀ। ਦੇਖੋ ਆਪਾਂ ਨੂੰ ਤਾਂ ਗੁਰੂ ਮਿਲੇ, ਗਿਆਨ ਮਿਲ ਰਿਹਾ ਹੈ, ਗੁਰੂ ਦੇ ਬਚਨ ਆ ਰਹੇ ਆ, ਪ੍ਰਤੱਖ ਜਿਹੜਾ ਹੈਗੇ ਗੁਰੂ ਜਿਹੜੇ ਹੈਗੇ ਬੋਲ ਰਹੇ ਭਾਈ, ਇਸ ਤੋਂ ਉੱਪਰ ਕੀ ਹੋ ਸਕਦਾ ਹੈ। ਉਹਨਾਂ ਦੀ ਜੇਕਰ ਦੇਖੋ ਮੈਂ ਤਾਂ ਕਹਿੰਦਾ ਜੀ ਇਹੋ ਜਿਹੀ ਤੇ ਜਿਹੜੀ ਆ ਨਾ, ਇਹੋ ਜਿਹਾ ਤਾਂ ਕਦੀ ਕਿਤੇ ਚਮਤਕਾਰ ਹੋਇਆ ਹੀ ਨਹੀਂ ਹੈ। ਪੰਜਵੇਂ ਪਾਤਸ਼ਾਹ ਨੇ ਐਸਾ ਦੇਖੋ ਇਹ 10 ਜੋਤਾਂ ਆਈਆਂ, ਇਹਨਾਂ ਨੇ ਆ ਜਿਹੜਾ ਹੈਗਾ ਆਪਾਂ ਨੂੰ ਗਿਆਨ ਜਿਹੜਾ ਹੈਗਾ ਲਾਈਵ ਗਿਆਨ ਦੇ ਦਿੱਤਾ ਆਪਾਂ ਨੂੰ। ਬਿਲਕੁਲ ਤਾਂ ਹੀ ਕਹਿੰਦੇ ਨੇ ਜਾਗਤ ਜੋਤ, ਤਾਂ ਹੀ ਕਹਿੰਦੇ ਜਾਗਤ ਜੋਤ ਤਾਂ ਹੈ ਹੀ, ਹੋਰ ਕੀ ਹੈਗਾ। ਬਿਲਕੁਲ ਮਹਾਰਾਜ ਦੇ ਮੂੰਹ ਤੋਂ ਨਿਕਲ ਰਹੀ ਹੈ, ਹਿਰਦੇ ਚੋਂ ਬਾਣੀ ਆ ਰਹੀ ਹੈ ਉਹਨਾਂ ਦੀ। ਉਹਨਾਂ ਦਾ ਹਿਰਦਾ ਹੈਗਾ, ਹਿਰਦਾ ਆਪਣੇ ਕੋਲ ਕਰਤਾ, ਬਾਕੀ ਬਾਡੀ ਫਿਜ਼ੀਕਲ ਆਪਾਂ ਨੇ ਕੀ ਕਰਨੀ ਹੈ। ਤੇ ਮੈਂ ਕਹਿੰਦਾ ਸੀ ਆਪਾਂ 20-25 ਜਾਣੀ ਆਪਾਂ 100-125 ਬੰਦੇ ਦੂਜੇ ਗਰੁੱਪ 'ਚ ਹੈਗੇ ਆ। ਹਾਂਜੀ ਹਾਂਜੀ, ਇਹ ਹੀ ਨਹੀਂ ਨਾਮ ਜਪਦੇ ਤਾਂ ਇਤੋਂ ਮਾੜੀ ਹੋਰ ਕਿਸਮਤ ਕੀ ਹੋ ਸਕਦੀ। ਬਸ ਬਸ ਜ਼ਰੂਰ ਜਪਣਾ ਚਾਹੀਦਾ। ਹਾਂ ਬਿਲਕੁਲ ਠੀਕ ਹੈ ਵੀਰ ਜੀ, ਬਹੁਤ ਵਧੀਆ, ਬਿਲਕੁਲ ਸਹੀ ਗੱਲ ਆ। ਅੰਮ੍ਰਿਤ ਫਲ ਨਾਮ ਜਿਨੇ ਗੁਰ ਤੇ ਪਾਇਆ। ਆ ਗੁਰੂ ਤੋਂ, ਗੁਰੂ ਨੇ ਇਹੀ ਤਾਂ ਦੇਣਾ ਹੈ, ਹੋਰ ਕੀ ਦੇਣਾ ਹੈ। ਗੁਰਬਾਣੀ ਜਿਹੜੀ ਹੈਗੀ ਦੇਖੋ 1430 ਅੰਗ ਹੈਗੇ, ਇੰਨੇ ਜ਼ਿਆਦਾ ਦੇਖੋ ਉਹਦੇ ਵਿੱਚ ਸਿਰਫ ਆ ਨਾਮ ਵਾਲੀ ਫਸਲ ਬੀਜਣ ਨੂੰ ਕਹਿ ਰਹੇ। ਅੰਮ੍ਰਿਤ ਫਲ ਨਾਮ ਜਿਨੇ ਗੁਰ ਤੇ ਪਾਇਆ, ਗੁਰੂ ਤੋਂ ਨਹੀਂ ਮਿਲਣਾ ਹੀ ਹੈ। ਗੁਰੂ ਤਾਂ ਦੱਸ ਰਹੇ ਆਪਾਂ ਨੂੰ ਫਲ ਤੱਕ ਪਹੁੰਚਣਾ ਹੈ। ਆਪਾਂ ਨੇ ਬੀਜਿਆ ਹੀ ਨਹੀਂ ਹੈ, ਬੂਟਾ ਹੀ ਨਹੀਂ ਲਾਇਆ, ਤੇ ਫਿਰ ਫਲ ਕਿੱਥੋਂ ਮਿਲ ਜਾਣਾ ਭਾਈ। ਬੀਜ ਬੀਜਿਆ ਹੀ ਨਹੀਂ ਆਪਾਂ ਨੇ ਤਾਂ। ਨਾਨਕ ਦਾਸ ਤਰੀ ਤਿਨੇ ਮਾਇਆ, ਉਹਨਾਂ ਨੇ ਮਾਇਆ ਤਰਨੀ ਹੈ ਭਾਈ। ਇਹ ਮਾਇਆ ਤਰਨੀ ਪੈਣੀ ਹੈ, ਮੈਂ ਨਹੀਂ ਤਾਂ ਡੁੱਬ ਜਾਵਾਂਗੇ ਇਹਦੇ ਵਿੱਚ। ਆਸਾ ਮਹਲਾ ਪੰਜਵਾਂ। ਰਾਜ ਲੀਲਾ ਤੇਰੇ ਨਾਮ ਹੈ ਬਣਾਈ। ਹੁਣ ਜਿਹੜੇ ਬੀਜਣ ਲੱਗ ਪੈਂਦੇ ਆ, ਮਹਾਰਾਜ ਦੇਖੋ ਕੀ ਕਹਿ ਰਹੇ ਆ, ਕਹਿੰਦੇ ਰਾਜ ਲੀਲਾ ਹੋ ਗਈ, ਕਹਿੰਦੇ ਰਾਜੇ ਬਣ ਗਏ, ਕਹਿੰਦੇ ਬਸ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ। ਦੇਖ ਲਓ ਭਾਈ, ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਹੋ ਗਈ ਭਾਈ। ਜਿਵੇਂ ਰਾਜੇ ਕੋਲ ਰਾਜ ਲੀਲਾ ਕਿਉਂ ਕਿਹਾ ਮਹਾਰਾਜ ਨੇ? ਕਿਉਂਕਿ ਰਾਜੇ ਕੋਲ ਕਿਹੜੀ ਚੀਜ਼ ਦੀ ਕਮੀ ਹੈ, ਕਿਹੜੀ ਚੀਜ਼ ਜਿਹੜੀ ਹੈ ਉਹ ਨਹੀਂ ਲੈ ਸਕਦਾ, ਕਿਹੜਾ ਸੁੱਖ ਨਹੀਂ ਭੋਗ ਸਕਦਾ। ਕਹਿੰਦੇ ਰਾਜ ਲੀਲਾ ਤੇਰੇ ਨਾਮ ਹੈ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਨਾਮ ਹੈਗਾ ਤੇ ਰਾਜ ਲੀਲਾ ਹੋ ਗਈ, ਜੋਗ ਬਣ ਗਿਆ, ਫਿਰ ਜੋ ਪਰਮਾਤਮਾ ਦੇ ਨਾਲ ਜੋੜ ਹੋ ਜਾਏਗਾ ਭਾਈ। ਉਹ ਮਾਲਕ ਪਰਮਾਤਮਾ ਦਾ ਕੀਰਤਨ ਕੀ ਹੈਗਾ ਕਿ ਨਾਮ ਜਿਹੜਾ ਹੈਗਾ, ਜਿਹੜਾ ਨਾਮ ਜਿਹੜਾ ਹੈਗਾ ਸਿਲਾ ਲੂਣੀ ਚੱਟੀਏ ਵਾਲੀ ਗੱਲ, ਉਹਦੇ ਵਿੱਚ ਰਸ ਆ ਜਾਏਗਾ ਤੇ ਕੀਰਤਨ ਹੋ ਜਾਂਦਾ ਹੈ। ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਸਰਬ ਸੁਖਾ ਬਣੇ ਤੇਰੇ ਓਲਾ ਹੈ, ਸਾਰੇ ਸੁੱਖ ਆ ਮਾਲਕ ਦਾ ਓਲਾ ਲੈ ਲਿਆ ਆਪਾਂ ਨੇ। ਤੇ ਆਪਾਂ ਨੂੰ ਕਿਹੜੀ ਜਿਹੜੀ ਹੈ ਦੁਨੀਆ ਦੀ ਜਿਹੜੀ ਹੈ ਹਵਾ ਜਿਹੜੀ ਹੈਗੀ ਆ, ਇਹ ਝੱਖੜ ਜਿਹੜਾ ਹੈਗਾ, ਇਹ ਘੁੰਮਣ ਘੇਰੀ ਜਿਹੜੀ ਹੈ ਆਪਾਂ ਨੂੰ ਜਿਹੜਾ ਹੈਗਾ ਉਹ ਕਰ ਸਕਦੀ ਆ। ਸਰਬ ਸੁਖਾ ਬਣੇ ਤੇਰੇ ਓਲਾ, ਪਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ। ਹੁਣ ਦੇਖੋ ਗਿਆਨ ਪੰਜਵੀਂ ਪਾਤਸ਼ਾਹੀ ਜਾਂ ਜੋ ਵੀ ਆਪਾਂ ਗਿਆਨ ਲੈਂਦੇ ਆ, ਤੇ ਭਰਮ ਮਾਇਆ ਇਹਦੇ ਤਾਂ ਪਰਦੇ ਖੋਲ ਰਹੇ ਮਹਾਰਾਜ, ਇਹਦੀ ਹਕੀਕਤ ਦੱਸ ਰਹੇ ਆਪਾਂ ਨੂੰ ਵੀ ਭਾਈ ਮਾਇਆ ਦੀ ਹਕੀਕਤ ਆ ਹੈਗੀ। ਤੂੰ ਆਪਣੇ ਜਿਹੜਾ ਇਹ ਜੀਵਨ ਦੇ ਉੱਤੇ ਪਿਛਲੇ ਦੇ ਉੱਤੇ ਝਾਤੀ ਮਾਰ ਲਾ, ਦੇਖ ਲਾ ਭਾਈ, ਜੇ ਕੁਛ ਇਹਦੇ ਵਿੱਚ ਤੈਨੂੰ ਲੱਗ ਰਿਹਾ ਕੋਈ ਗਲਤ ਲੱਗ ਰਿਹਾ, ਦੱਸ ਦੇ ਵੀ ਕੀ ਗਲਤ ਹੈਗਾ। ਇਹ ਭਰਮ ਹੈ, ਟਰੈਪ ਹੈਗਾ, ਕੀ ਹੈ ਤੇਰੇ ਪੱਲੇ? ਕੁਛ ਵੀ ਨਹੀਂ ਹੈਗਾ। ਸਮਾਂ ਤੇਰਾ ਚਲਾ ਗਿਆ, ਪੱਲੇ ਕੁਛ ਵੀ ਨਹੀਂ ਹੈਗਾ। ਇਸੇ ਤਰੀਕੇ ਦੇ ਨਾਲ ਅੱਗੇ ਜਿਹੜਾ ਨੇੜਾ ਅੱਗਾ ਜਿਹੜਾ ਨੇੜੇ ਆ ਗਿਆ ਹੈ, ਉਹਨੇ ਵੀ ਆਹ ਸਮਾਂ ਵੀ ਗੁਜ਼ਰ ਜਾਣਾ ਹੈ। ਉਹ ਪਤਾ ਹੀ ਨਹੀਂ ਲੱਗਣਾ ਕਦੋਂ ਜਿਹੜਾ ਹੈਗਾ ਪੇਪਰ ਖੋਹ ਲੈਣਾ ਹੈ। ਸਰਬ ਸੁਖਾ ਬਣੇ ਤੇਰੇ ਓਲੇ, ਹਾਲੇ ਤਾਂ ਪੇਪਰ ਵੀ ਹੈਗਾ, ਕਲਮ ਵੀ ਹੈਗੀ, ਲਿਖ ਲਈਏ ਭਾਈ। ਸਰਬ ਸੁਖਾ ਬਣੇ ਤੇਰੇ ਓਲੇ, ਪਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ। ਹੁਕਮ ਬੂਝ ਰੰਗ ਰਸ ਮਾਣੇ, ਬੁੱਝ ਲਾ ਪਿਆਰਿਆ ਹੁਕਮ। ਜਿਨ੍ਹਾਂ ਨੇ ਬੁੱਝ ਲਿਆ ਉਹ ਬਸ ਰੰਗ ਰਸ ਮਾਣਦੇ ਆ। ਇਹ ਨਾਮ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਆ ਜਿਹੜਾ ਹੈਗਾ ਖੁਸ਼ਕ ਹੈਗਾ, ਸੁੱਖ ਹੈਗਾ ਭਾਈ, ਇਹਦੇ ਵਿੱਚ ਲੱਗਾਂਗੇ ਤੇ ਰਸ ਆ ਜਾਏਗਾ। ਹੁਕਮ ਬੂਝ ਰੰਗ ਰਸ ਮਾਣੇ, ਰੰਗਿਆ ਜਾਏਗਾ ਇਹਦੇ ਵਿੱਚ। ਸਤਿਗੁਰ ਸੇਵਾ ਮਹਾ ਨਿਰਵਾਣੇ, ਆਹੀ ਸਤਿਗੁਰੂ ਦੀ ਸੇਵਾ ਹੈ ਪਿਆਰਿਆ, ਔਰ ਇਹਦੇ ਵਿੱਚ ਮਹਾ ਨਿਰਵਾਣ ਹੈਗਾ। ਇਹ ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਤੇਰਾ ਮਨ ਆਟੋਮੈਟਿਕਲੀ ਜਿਹੜਾ ਹੈਗਾ, ਤੇਰੇ ਮਨ ਜਿਹੜਾ ਹੈਗਾ ਇਹਨਾਂ ਦਾ ਅਸਰ ਕਬੂਲ ਨਹੀਂ ਕਰੇਗਾ। ਇਹ ਬਾਣ ਨਹੀਂ ਬਗੂਗੀ ਤੈਨੂੰ।
ਜਿਨੇ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਮਾਣ। ਬਸ ਕਹਿੰਦੇ ਭਾਵੇਂ ਗ੍ਰਸਤੀ ਹੈਗਾ ਭਾਵੇਂ ਉਦਾਸੀ ਹੈਗਾ, ਜੋ ਵੀ ਹੈਗਾ ਇਨਸਾਨ ਜਿੱਥੇ ਵੀ ਹੈਗਾ, ਬਸ ਜਿਹਨੇ ਆਹ ਚੀਜ਼ ਜਾਣ ਲਈ, ਆਹ ਸਤਿਗੁਰ ਸੇਵਾ ਜਿਹਨੇ ਜਾਣ ਲਈ, ਆਹ ਕੀਰਤਨ ਜਾਣ ਲਿਆ, ਆਹ ਨਾਮ ਅਭਿਆਸ ਜਾਣ ਲਿਆ, ਇਹ ਪ੍ਰੇਮਾ ਭਗਤੀ ਜਾਣ ਲਈ, ਕਹਿੰਦੇ ਉਹ ਪ੍ਰਵਾਨ ਆ ਭਾਈ ਕਾ। ਭਾਵੇਂ ਗ੍ਰਸਤੀ ਹੈਗਾ ਭਾਵੇਂ ਉਦਾਸੀ ਹੈਗਾ, ਪ੍ਰਵਾਨ ਆ ਭਾਈ, ਪ੍ਰਵਾਨ ਆ। ਨਾਮ ਰਤਾ ਸੋਈ ਨਿਰਵਾਣ। ਕਹਿੰਦੇ ਨਾਮ ਦੇ ਵਿੱਚ ਰਤਿਆ ਗਿਆ, ਬਸ ਨਿਰਵਾਣ ਹੋ ਗਿਆ। ਉਹਨੂੰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉੱਠ ਗਿਆ। ਉਹ ਕਮਲ ਦਾ ਫੁੱਲ ਪਾਏ। ਜਾ ਕੋ ਮਿਲਿਓ ਨਾਮ ਨਿਦਾਨਾ, ਪੰਨਤ ਨਾਨਕ ਤਾਂ ਕਾ ਪੂਰ ਖਜ਼ਾਨਾ। ਜਿਨ੍ਹਾਂ ਨੂੰ ਇਹ ਨਾਮ ਰੂਪੀ ਨਿਦਾਨ ਖਜ਼ਾਨਾ ਮਿਲਦਾ ਹੈ, ਤੇ ਮਹਾਰਾਜ ਬੇਨਤੀ ਕਰ ਰਿਹਾ ਹੈ, ਕਹਿੰਦੇ ਉਹਦਾ ਤਾਂ ਖਜ਼ਾਨਾ ਪੂਰਾ ਹੈ ਭਾਈ। ਉਹ ਤਾਂ ਬਹੁਤ ਹੀ ਜ਼ਿਆਦਾ ਦੌਲਤਮੰਦ ਹੈਗਾ ਭਾਈ। ਜਾ ਕੋ ਮਿਲਿਓ ਨਾਮ ਨਿਦਾਨਾ, ਪੰਨਤ ਨਾਨਕ ਤਾਂ ਕਾ ਪੂਰ ਖਜ਼ਾਨਾ। ਆਸਾ ਮਹਲਾ ਪੰਜਵਾਂ। ਤੀਰਥ ਜਾਉ ਤਾਂ ਹੋ ਕਰਤੇ। ਹੁਣ ਦੇਖ ਲਓ ਇੱਥੇ ਜਿਹੜੇ ਹੈਗੇ ਮਹਾਰਾਜ ਆਪਾਂ ਨੂੰ ਸਾਵਧਾਨੀ, ਦੇਖੋ ਆਹ ਚੀਜ਼ਾਂ ਹੁੰਦੇ ਹੋਏ ਵੀ ਆਪਾਂ ਜਿਹੜੇ ਹੈਗੇ ਫਸ ਜਾਂਦੇ ਹਾਂ, ਫਿਰ ਵੀ ਨਹੀਂ ਛੱਡਦੇ ਆਪਾਂ। ਐਸੇ ਆਪਣੇ ਜਿਹੜੇ ਹੈਗੇ ਜੀਨਸ ਜਿਹੜੇ ਖਰਾਬ ਹੋਏ ਪਏ ਆ। ਤੀਰਥ ਜਾਉ ਤਾਂ ਹੋ ਕਰਤੇ। ਕਹਿੰਦੇ ਤੀਰਥਾਂ ਤੇ ਜਾਣਾ ਹੈ ਬਈ, ਮੈਂ ਜਿਹੜਾ ਚੱਲਿਆ ਜੀ, ਮੈਂ ਹਜੂਰ ਸਾਹਿਬ ਚੱਲਿਆ, ਮੈਂ ਹੇਮਕੁੰਟ ਚੱਲਿਆ, ਮੈਂ ਇੱਥੇ ਚੱਲਿਆ। ਕਹਿੰਦੇ ਉੱਥੇ ਵੀ ਹੰਕਾਰ। ਤੀਰਥ ਜਾਉ ਤਾਂ ਹੋ ਕਰਤੇ। ਔਰ ਤੀਰਥ ਚ ਕਰਕੇ ਆ ਗਏ ਤਾਂ ਵੀ ਹੋਰ ਵੱਧ ਗਈ। ਅਸੀਂ ਜੀ ਆਏ ਹਜੂਰ ਸਾਹਿਬ ਜਾਏ, ਅਸੀਂ ਇੱਥੇ ਜਾਏ, ਅਸੀਂ ਇੱਥੇ ਇੰਨੇ ਦਿਨ ਲਾ ਕੇ ਆਏ, ਅਸੀਂ ਇੱਥੇ ਆ ਕੀਤਾ। ਬਸ ਆਹੀ ਆ, ਹੋਰ ਧਿਆਨ ਸਿਮਰਨ ਵਾਲੀ ਗੱਲ ਕੋਈ ਨਹੀਂ ਹੈਗੀ। ਤੀਰਥ ਜਾਓ ਤਾਂ ਹੋ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਕਹਿੰਦੇ ਗਿਆਨੀਆਂ ਨੂੰ ਹੁਣ ਜਿਹੜੇ ਹੈਗੇ ਜਿਨ੍ਹਾਂ ਨੇ ਗਿਆਨ ਦੇਣਾ ਹੈ, ਨਾਰਮਲ ਜਿਹੜੀ ਹੈ ਜਿਹੜੇ ਸੰਗਤ ਜਿਹੜੀ ਹੈਗੀ ਉਹਨਾਂ ਨੂੰ ਗਿਆਨ ਦੇਣਾ ਹੈ, ਕਹਿੰਦੇ ਉਹਨਾਂ ਨੂੰ ਗਿਆਨ ਦੀ ਗੱਲ ਕਰੀਏ ਤੇ ਕਹਿੰਦੇ ਉਹਨਾਂ ਦਾ ਤਾਂ ਇੰਟਰਸਟ ਹੀ ਮਾਇਆ ਦੇ ਨਾਲ ਹੈ। ਉਹ ਤਾਂ ਕਹਿੰਦੇ ਕਿੰਨੇ ਪੈਸੇ ਰਿਹਾ ਭਾਈ ਦੱਸ ਦੇ, ਕਿੰਨੇ ਪੈਸੇ, ਕੀਰਤਨ ਕਰਾਉਣਾ ਹੈ, ਪਾਠ ਕਰਾਉਣਾ ਹੈ, ਕਥਾ ਕਰਾਉਣੀ ਹੈ, ਬੋਲ ਕਿੰਨੇ, ਇੰਨੇ ਚਾਰਜਸ ਹੈਗੇ। ਉਹਨਾਂ ਦਾ ਇੰਟਰਸਟ ਹੀ ਜਿਹੜਾ ਹੈਗਾ ਧਿਆਨ ਸਿਮਰਨ ਹੈ ਹੀ ਨਹੀਂ ਉਹਨਾਂ ਦੇ ਅੰਦਰ ਹੀ ਧਿਆਨ ਸਿਮਰਨ ਨਹੀਂ ਹੈਗਾ। ਤੀਰਥ ਜਾਓ ਤਾਂ ਹੋ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਸੋ ਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ। ਕਹਿੰਦੇ ਉਹ ਜਗ੍ਹਾ ਦੱਸੋ ਨਾ ਮੈਨੂੰ ਤਾਂ ਉਹ ਜਗ੍ਹਾ ਚਾਹੀਦੀ ਹੈ ਜਿੱਥੇ ਕਿ ਧਿਆਨ ਸਿਮਰਨ ਹੈਗਾ, ਜਿੱਥੇ ਅੰਮ੍ਰਿਤ ਰਸ ਹੈਗਾ, ਨੀਤਾ ਨਿਤ ਆ ਚੀਜ਼ ਹੈਗੀ ਆ, ਮੈਨੂੰ ਉਹ ਜਗ੍ਹਾ ਚਾਹੀਦੀ ਹੈ। ਰਹਾਓ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਸੋ ਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ। ਰਹਾਓ ਵੀਰ ਜੀ। ਹਾਂਜੀ। ਆਪਣੇ ਮੈਂ ਗੱਲ ਸੁਣੀ ਆ ਵੀ ਜਿਹੜੇ ਆਪਣੇ ਹਜੂਰ ਸਾਹਿਬ ਜਿਹੜਾ ਬੰਦਾ 60 ਸਾਲ ਤੋਂ ਪਹਿਲਾਂ ਨਹੀਂ ਜਾਂਦਾ ਬਈ ਉਹ ਗੁਰੂ ਦਾ ਸਿੱਖ ਨਹੀਂ। ਇਹਦੇ ਵਿੱਚ ਕੋਈ ਸੱਚਾਈ ਤਾਂ ਨਹੀਂ ਹੈਗੀ ਫਿਰ, ਹਨਾ? ਨਾ ਬਿਲਕੁਲ ਨਹੀਂ ਹੈਗੀ, ਬਿਲਕੁਲ ਨਹੀਂ ਹੈਗੀ ਸੱਚਾਈ। ਤਾਂ ਬਾਣੀ ਜਿਹੜੀ ਹੈ, ਜੋ ਬਾਣੀ ਕਹਿ ਰਹੀ ਹੈ ਭਾਈ, ਇਹ 1430 ਅੰਗ ਜਿਹੜੇ ਹੈਗੇ ਇਹਨਾਂ ਦੇ ਵਿੱਚ ਸੱਚਾਈ ਜਿਹੜੀ ਹੈ ਭਰਪੂਰ ਹੈਗੀ। ਜੋ ਇਹ ਅੱਖਰ ਕਹਿ ਰਹੇ ਆਪਾਂ ਤਾਂ ਇਹ ਅੱਖਰਾਂ ਦੇ ਗੁਲਾਮ ਹੈ ਭਾਈ। ਸੋ ਅਸਥਾਨ ਹੋਰ ਵੀ ਕਹਿੰਦੇ ਨੇ ਜੀ ਵੀ ਜਿਹੜਾ ਧਮਧਾਨ ਸਾਹਿਬ ਜਾਊਗਾ ਤਾਂ ਉਹਦੀ ਯਾਤਰਾ ਲੱਗੂਗੀ ਉੱਤੇ। ਫਿਰ ਧਮਧਾਨ ਸਾਹਿਬ ਕਿੰਨੇ ਕੁ ਲੋਕ ਜਾਂਦੇ ਨੇ? ਫਿਰ ਜਿਹੜਾ ਏਦਾਂ ਨਹੀਂ ਹੈ ਜੀ। ਉਹ ਤਾਂ ਜਿਹੜਾ ਦੇਖੋ ਫਿਰ ਜਿਹੜਾ ਹੈਗਾ ਉੱਥੇ ਜਿਹੜੀ ਹੈਗੀ ਉਹ ਇਸ਼ਨਾਨ ਕਰਦੇ ਆ, ਉਹ 84 ਕੱਟਦੇ ਆ। ਫਿਰ ਉਹ ਵੀ ਦੇਖੋ ਇਹ ਤਾਂ ਆਪਾਂ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਬਈ ਸੱਚਾਈ ਕਿੱਥੇ ਹੈਗੀ। ਫਿਰ ਤਾਂ ਜਿਹੜਾ ਹੈਗਾ ਧਿਆਨ ਸਿਮਰਨ ਦੀ ਲੋੜ ਹੀ ਨਹੀਂ ਹੈ ਜਾ ਕੇ ਉੱਥੇ 84 ਕੱਟਿਆ ਹੀ ਇੱਕ ਦਿਨ 'ਚ ਹੀ ਹੋ ਜਾਂਦੀ ਹੈ, ਉਹ ਤਾਂ 2 ਦਿਨ 'ਚ ਹੋ ਜੂਗੀ। ਭਾਜੀ ਕਬੀਰ ਸਾਹਿਬ ਨੇ ਬੜਾ ਵਧੀਆ ਉਹ ਕਾਸ਼ੀ ਤਾਂ ਮਗਰ ਦੇ ਵਿੱਚ ਦੱਸਿਆ, ਮਤਲਬ ਜਿਹੜੇ ਹੁਣ ਲੋਕਾਂ ਨੇ ਕਹਾਵਤ ਬਣਾਈ ਸੀ, ਜਿਹੜਾ ਮਗਰ ਜਾਊਗਾ ਉਹ ਮਤਲਬ ਖੋਤੇ ਦੀ ਜੂਨ ਚ ਪੈਂਦਾ। ਤਾਂ ਆਪਣੇ ਕਬੀਰ ਸਾਹਿਬ ਤਾਂ ਰਹੇ ਉੱਥੇ ਆ ਮਗਰ ਦੇ ਵਿੱਚ। ਬਿਲਕੁਲ। ਸੋ ਇਹ ਤਾਂ ਗੱਲਾਂ ਬਸ ਕਹਿਣ ਦੀਆਂ ਹੀ ਆ। ਹਾਂ ਜੀ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਹਾਂ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਬਿਲਕੁਲ। ਤੇ ਸ਼ਬਦ ਤਾਂ ਸੁਰਤ ਦੀ ਖੇਲ ਹੈ ਜੀ, ਇਹ ਤਾਂ ਸਾਰੀ ਇੱਕ ਮੈਨੂੰ ਤਾਂ ਲੱਗਦੀ ਬਸ। ਹਾਂਜੀ। ਸੋ ਅਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ ਰਹਾਓ। ਸ਼ਾਸਤਰ ਵੇਦ ਪਾਪ ਪੁੰਨ ਵਿਚਾਰ,
ਲਓ ਸ਼ਾਸਤਰ ਵੇਦ ਕਹਿੰਦੇ ਗਿਆਨ ਲਈ ਇਹ ਗਿਆਨ ਸ਼ਾਸਤਰ ਵੇਦ ਹੈਗਾ ਇਹਨਾਂ ਤੋਂ, ਇਹਨਾਂ ਦੇ ਵਿੱਚ ਉਹ ਕਹਿੰਦੇ ਆਹ ਪਾਪ ਆ ਪਾਏ, ਆਹ ਪੁੰਨ ਹੈਗਾ, ਇਹਦੀ ਵਿਚਾਰ ਦਿੱਤੀ ਹੋਈ ਹੈ। ਫਿਰ ਇਹ ਸ਼ਾਸਤਰ ਵੇਦ ਦੇ ਨਾਲ ਪਾਪ ਅਤੇ ਪੁੰਨ ਤੋਂ ਜੇ ਬਚ ਜਾਵਾਂਗੇ, ਪੁੰਨ ਕਰ ਲਾਂਗੇ ਤੇ ਨਰਕ ਸੁਰਗ ਫਿਰ ਅਵਤਾਰ, ਨਰਕ ਸੁਰਗ ਦੇ ਵਿੱਚ ਹੀ ਰਵਾਂਗੇ। ਫਿਰ ਬਾਰ ਅਵਤਾਰ ਹੋਗਾ, ਅਮੀਰ ਹੋ ਗਏ, ਰਾਜੇ ਬਣ ਗਏ, ਗਰੀਬ ਹੋ ਗਏ, ਇਸ ਤਰ੍ਹਾਂ ਜਿਹੜੇ ਜੂਨਾਂ ਚਲੇ ਗਏ, ਨਰਕ ਸੁਰਗ ਫਿਰ ਅਵਤਾਰ, ਜਨਮ ਮਰਨ ਦਾ ਕਿਹੜਾ ਬਰਕਰਾਰ। ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ, ਗ੍ਰਸਤ ਮੈਂ ਚਿੰਤ, ਇੱਥੇ ਵਿਸ਼ਰਾਮ ਦੇਣਾ ਹੈ। ਗ੍ਰਸਤ ਮੈਂ ਚਿੰਤ, ਗ੍ਰਸਤੀ ਦੇ ਵਿੱਚ ਕਹਿੰਦੇ ਚਿੰਤਾਵਾਂ ਹੈਗੀਆਂ, ਬਈ ਆਹ ਚਾਹੀਦਾ, ਇਸ ਤਰ੍ਹਾਂ ਸਾ ਕੰਮ ਕਰਨਾ, ਸਾਰੇ ਜਿਹੜੇ ਚਿੰਤਾਵਾਂ ਫਿਕਰ ਹੈਗੇ ਬੱਚਿਆਂ ਦੀ, ਫਲਾਣੇ ਦੀ, ਸਾਰਾ। ਉਦਾਸ ਅਹੰਕਾਰ, ਜੇ ਉਦਾਸ ਹੋ ਗਿਆ ਇਨਸਾਨ, ਗ੍ਰਸਤ ਛੱਡਤਾ ਚਲਾ ਗਿਆ, ਉਦਾਸੀ ਹੋ ਗਿਆ, ਤੇ ਕਹਿੰਦੇ ਉੱਥੇ ਹੰਕਾਰ ਆ ਜਾਂਦਾ ਉਹਦੇ ਅੰਦਰ, ਹੰਕਾਰ ਵੀ ਆ ਜਾਂਦਾ ਨਾਲੇ। ਫਿਰ ਉੱਥੇ ਫਿਰ ਪੇਟ ਤਾਂ ਲੱਗਿਆ ਹੋਇਆ, ਖਾਣਾ ਤਾਂ ਉਹਨੇ ਮੰਗਣਾ ਹੀ ਹੈ ਪੇਟ ਨੇ, ਕੱਪੜੇ ਵੀ ਚਾਹੀਦੇ ਆ, ਸੌਣ ਨੂੰ ਵੀ ਚਾਹੀਦਾ ਹੈ। ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ, ਕਰਮ ਕਰਤ ਜੀ ਕੋ ਜੰਜਾਰ, ਕਹਿੰਦੇ ਕਰਮ ਕਰੀ ਜਾਓ, ਇੱਥੇ ਜੰਜਾਲਾਂ 'ਚ ਫਸੀ ਰਹਿੰਦਾ ਹੈ। ਕਰਮ ਕਾਂਡ ਜਿਹੜੇ ਹੈਗੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਸਾਰੇ ਜੰਜਾਲ ਹੀ ਹੈ, ਨਿਕਲਦਾ ਹੀ ਨਹੀਂ ਇਨਸਾਨ ਕਰਮ ਕਾਂਡਾਂ ਦੇ ਵਿੱਚ। ਨਹਾ ਲਓ, ਧੋ ਲਓ, ਆਹ ਕਰ ਲਓ, ਇੱਥੇ ਆਹ ਕਰ ਲਓ, ਆਹ ਪਾ ਲਓ, ਆਹ ਸਾਰੇ ਇਹਦੇ ਵਿੱਚ ਜਿਹੜੇ ਹੈਗੇ ਫਸ ਗਿਆ ਇਨਸਾਨ। ਸਮਾਂ ਜਿਹੜਾ ਮੇਨ ਚੀਜ਼ ਤਾਂ ਸਮਾਂ ਹੈ, ਆਪਣੇ ਕੋਲ ਹੈ ਕੀ ਹੈ, ਸਮਾਂ ਹੈਗਾ ਆਪਣੇ ਕੋਲ। ਔਰ ਸਮਾਂ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਇੱਧਰ ਉੱਧਰ ਜਿਹੜੇ ਹੈਗੇ ਉਹਦੇ ਵਿੱਚ ਜਿਹੜੇ ਹੈਗਾ ਵੇਸ ਭੇਖ, ਮਹਾਰਾਜ ਤਾਂ ਪਹਿਲੀ ਪਾਤਸ਼ਾਹੀ ਕਹਿੰਦੀ ਛੋੜੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰਹਿਤੇ ਰਹੋ ਮਤ ਕਤ ਜਾਹੀ ਜੀਓ। ਗ੍ਰਸਤ ਮੈਂ ਉਦਾਸ, ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ, ਕਰਮ ਕਰਤ ਜੀ ਕੋ ਜੰਜਾਰ। ਹੁਣ ਦੇਖੋ ਅੱਗੇ ਹੁਣ ਦੱਸ ਰਹੇ ਜਿਹੜੀ ਜਗ੍ਹਾ ਮੰਗ ਰਹੇ ਸੀਗੇ, ਕੁਐਸਚਨ ਸੀਗਾ, ਸੋ ਅਸਥਾਨ ਬਤਾਵੋ ਮੀਤਾ ਜਾਂ ਕੇ ਹਰ ਹਰ ਕੀਰਤਨ ਨੀਤਾ, ਰਹਾਓ। ਹੁਣ ਜਵਾਬ ਆ ਰਿਹਾ, ਪ੍ਰਭ ਕਿਰਪਾ ਤੇ ਮਨ ਵਸ ਆਇਆ। ਦੇਖ ਲਓ ਭਾਈ, ਖੇਡ ਆਇਆ, ਮਨ ਨੂੰ ਵਸ 'ਚ ਕਰਨਾ ਹੈ, ਚੋਗਾ ਉੱਥੇ ਰਹਿਣਾ ਹੈ। ਇਹ ਕਾਮ ਕ੍ਰੋਧ ਲੋਭ ਓਂਕਾਰ, ਜੋ ਦੁਨੀਆ ਦਾ ਖਲਾਰਾ, ਜੋ ਰੂਪ ਰੰਗ, ਜੋ ਕੁਛ ਵੀ ਦਿਸ ਰਿਹਾ ਹੈ ਆਪਾਂ ਨੂੰ, ਇਹ ਸਾਰੇ ਦੇ ਸਾਰੇ ਉੱਥੇ ਦੇ ਉੱਥੇ ਰਹਿਣੇ। ਇਹਨਾਂ ਨੇ ਉਸ ਤਰ੍ਹਾਂ ਹੀ ਰਹਿਣਾ ਹੈ, ਮਨ ਨੇ ਬਸ 'ਚ ਆ ਜਾਣਾ ਹੈ ਆਪਣੇ। ਆਹੀ ਭਗਤੀ ਹੈਗੀ ਭਾਈ, ਆਹੀ ਟਾਰਗੇਟ ਹੈਗਾ। ਇਹ ਬਹੁਤ ਵਧੀਆ ਹੋ ਗਿਆ ਜੀ, ਇਹ ਬਿਲਕੁਲ ਆਪਾਂ ਨੂੰ ਪ੍ਰੌੜਤਾ ਹੋ ਗਈ, ਔਰ ਆਪਾਂ ਨੂੰ ਉਹ ਮਿਲ ਗਈ ਜਿਹੜੀ ਹੈਗੀ ਪ੍ਰਭ ਕਿਰਪਾ ਤੇ ਮਨ ਵਸ ਆਇਆ। ਬਸ ਮਨ ਨੂੰ ਦੇਖ ਲਓ ਭਾਈ, ਮਨ ਨੂੰ ਮਨ ਨੇ ਤਾਂ ਜਿਹੜਾ ਬਾਰ ਕਹਿਣਾ, ਮਨ ਨੂੰ ਕੋਸ਼ਿਸ਼ ਕਰਨੀ ਹੈ ਭਾਈ, ਮਨ ਨੂੰ ਰੋਕਣਾ ਹੈਗਾ, ਮਨ ਨੂੰ ਡਿਲੇ ਕਰਨਾ ਹੈ। ਪ੍ਰਭ ਕਿਰਪਾ ਤੇ ਮਨ ਵਸ ਆਇਆ, ਨਾਨਕ ਗੁਰਮੁਖੇ ਧਰੀ ਤਿਨੇ ਮਾਇਆ। ਗੁਰੂ ਦੇ ਰਾਹੀਂ, ਫਿਰ ਇੱਥੇ ਦੇਖ ਲਓ ਗੁਰਮੁਖ ਵਰਡ ਆ ਗਿਆ, ਆਪਣੇ ਆਪ ਨਹੀਂ ਵਸ 'ਚ ਆਉਣਾ, ਇਹ ਮਾਇਆ ਨਹੀਂ ਤਰੀ ਜਾਣੀ। ਤਰਨਾ ਕੀ ਹੈਗਾ ਬਈ ਸਵਾਦ ਰਸਕਸ ਜੋ ਪਾਇਆ ਉਹਨਾਂ ਦਾ ਅਸਰ ਨਹੀਂ ਕਬੂਲ ਕਰਨਾ। ਬਿਲਕੁਲ ਸਿੰਪਲੀਫਾਈ ਹੋ ਗਿਆ ਗਿਆਨ। ਪ੍ਰਭ ਕਿਰਪਾ ਤੇ ਮਨ ਵਸ ਆਇਆ, ਨਾਨਕ ਗੁਰਮੁਖ ਤਰੀ ਤਿਨੇ ਮਾਇਆ। ਸਾਧ ਸੰਗ ਹਰ ਕੀਰਤਨ ਗਾਈਏ। ਹੁਣ ਐਕਸ਼ਨ ਦੇਖ ਲਓ, ਇੱਥੇ ਉੱਪਰ ਲਿਖਿਆ ਸੀ ਪ੍ਰਭ ਕਿਰਪਾ ਤੇ ਮਨ ਵਸ ਆਇਆ, ਪਰਮਾਤਮਾ ਦੀ ਕਿਰਪਾ ਦੇ ਨਾਲ। ਹੁਣ ਕਿਰਪਾ ਕੀ ਆ? ਕਹਿੰਦੇ ਸਾਧ ਸੰਗ ਹਰ ਕੀਰਤਨ ਗਾਈਏ। ਸਾਧ ਸੰਗਤ ਕਰਨੀ ਪਊਗੀ, ਬ੍ਰਹਮ ਗਿਆਨ ਲੈਣਾ ਪਊਗਾ ਭਾਈ। ਸਾਧ ਸੰਗਤ, ਸਤ ਸੰਗਤ ਇਹ ਕਰਨੀ ਪਊਗੀ। ਸੰਗਤ ਬਹੁਤ ਲਾਜ਼ਮੀ ਹੈਗੀ, ਕਿਉਂਕਿ ਇਕੱਲਾ ਬੰਦਾ ਜਿਹੜਾ ਹੈਗਾ ਉਹਦਾ ਤਾਂ ਮਨ ਜਿਹੜਾ ਹੈਗਾ ਉਹ ਤਾਂ ਹੁੰਦਾ ਹੀ ਨਹੀਂ। ਮਨ ਜਿਹੜਾ ਹੈਗਾ ਪਾਰੂ ਪੈ ਜਾਂਦਾ। ਸਾਧ ਸੰਗ ਹਰ ਕੀਰਤਨ ਗਾਈਏ, ਕਹਿੰਦੇ ਬਸ ਆ ਧਿਆਨ ਸਿਮਰਨ, ਇਹ ਪ੍ਰੇਮਾ ਭਗਤੀ, ਇਹੋ ਅਸਥਾਨ ਗੁਰੂ ਤੇ ਪਾਈਏ। ਰਹਾਓ ਦੂਜਾ, ਫਿਰ ਦੇਖ ਲਓ ਗੁਰੂ ਕਲੀਅਰ ਕੱਟ ਲਿਖ ਦਿੱਤਾ ਬਾਹਰ, ਇਹ ਅਸਥਾਨ ਗੁਰੂ ਤੇ ਪਾਈਏ। ਗੁਰੂ ਨੂੰ ਕਿਵੇਂ ਛੱਡ ਸਕਦੇ ਆਪਾਂ? ਕਹਿੰਦੇ ਜੀ ਧਿਆਨ ਪਤਾ ਲੱਗ ਗਿਆ ਸਾਨੂੰ, ਜਿਹੜਾ ਨਾਮ ਜਪਣਾ ਹੈ, ਧਿਆਨ ਸਿਮਰਨ ਕਰਨਾ ਹੈ, ਬਸ ਹੁਣ ਬਾਰ ਜਿਹੜਾ ਹੈਗਾ ਇਹ ਗੁਰਬਾਣੀ ਜਿਹੜੀ ਹੈਗੀ ਇਹਨੂੰ ਗੁਰੂ ਦੀ ਮੱਤ ਜਿਹੜੀ ਹੈਗੀ ਇਹਨੂੰ ਬਾਰ ਕਾਹਦੇ ਲਈ ਜਿਹੜਾ ਹੈਗਾ, ਇਹ ਗੱਲ ਤਾਂ ਇੱਕੋ ਹੀ ਕਹਿ ਰਹੀ ਹੈ। ਨਹੀਂ ਭਾਈ ਨਹੀਂ, ਫਲੈਟ ਹੋ ਜਾਵਾਂਗੇ। ਇਹਨੇ ਬਾਣੀ ਨੇ, ਇਹ ਗੁਰੂ ਨੇ
ਇਸੇ ਨੇ ਕਲਾ ਦਿਖਾਉਣੀ ਹੈ, ਇਸੇ ਨੇ ਆਪਾਂ ਨੂੰ ਲੋਹੇ ਨੂੰ ਜਿਹੜਾ ਲਾਲ ਕਰ ਦੇਣਾ ਹੈ। ਥੋੜ੍ਹੀ ਥੋੜ੍ਹੀ ਸੱਟ ਮਾਰੀ ਜਾਵਾਂਗੇ, ਸ਼ੇਪ ਆ ਜਾਏਗੀ। ਨਹੀਂ ਤਾਂ ਜਿਹੜਾ ਹੈਗਾ ਨਾਮ ਜਿਹੜਾ ਹੈਗਾ ਲੋਹਾ ਜਿਹੜਾ ਹੈ, ਠੰਡੇ ਲੋਹੇ 'ਤੇ ਮਾਰੋ ਹਥੌੜਾ ਵੀ ਟੁੱਟ ਜਾਂਦਾ ਹੈ, ਪਾਏ ਬੁੜਕ ਜਾਂਦਾ ਹੈ, ਔਰ ਉਹਨੂੰ ਸੱਟ ਜਿਹੜੀ ਹੈ ਕੋਈ ਉਹ ਅਸਰ ਵੀ ਨਹੀਂ ਕਰਦੀ ਉਸ ਦੇ ਉੱਤੇ। ਸਾਧ ਸੰਗ ਹਰ ਕੀਰਤਨ ਗਾਈਏ, ਇਹੋ ਸਥਾਨ ਗੁਰੂ ਤੇ ਪਾਈਏ। ਰਹਾਓ ਦੂਜਾ ਰਹਾਓ ਦੇਖੋ, ਜਵਾਬ ਆ ਗਿਆ ਪੂਰਾ ਦਾ ਪੂਰਾ। ਆਸਾ ਮਹੱਲਾ ਪੰਜਵਾਂ। ਘਰ ਮੈਂ ਸੁਖ ਬਾਹਰ ਫੁਨ ਸੁਖਾ। ਕਹਿੰਦੇ ਸੁੱਖ ਚਾਹੀਦਾ ਹੈ, ਪਹਿਲਾਂ ਆਪਣੇ ਅੰਦਰ ਸੁੱਖ ਲੈ ਕੇ ਆ। ਤੇਰੇ ਘਰ ਦੇ ਅੰਦਰ, ਤੇਰੇ ਅੰਦਰ ਸੁੱਖ ਆਊਗਾ ਤਾਂ ਤੈਨੂੰ ਬਾਹਰ ਸੁੱਖ ਲੱਗੂਗਾ। ਘਰ ਮੈਂ ਸੁਖ ਬਾਹਰ ਫੁਨ ਸੁਖਾ। ਕਿਵੇਂ? ਹਰ ਸਿਮਰਤ ਸਗਲ ਬਿਨਾਸੇ ਦੁੱਖਾ। ਧਿਆਨ ਸਿਮਰਨ ਕਰ, ਮਾਲਕ ਨੂੰ ਚੇਤੇ ਕਰ, ਉਹਦੇ ਨਾਲ ਹੀ ਸਾਰੇ ਦੁੱਖ ਵਿਨਾਸ਼ਣੇ ਆ ਭਾਈ, ਸਾਰੇ ਦੁੱਖ ਦੂਰ ਹੋਣੇ। ਦੁੱਖ ਗਏ ਤੇ ਸੁੱਖ ਹੀ ਸੁੱਖ ਹੈਗੇ। ਸਗਲ ਸੁਖ ਜਾਂ ਤੂੰ ਚਿੱਤ ਆਵੈਂ। ਵਾਹ ਵੀ ਵਾਹ, ਕਮਾਲ ਕਰਤੀ। ਦੇਖੋ ਚਿੱਤ 'ਚ ਮਾਲਕ ਆਉਣਾ ਹੈ, ਵੀ ਮਾਲਕ ਨਾਲ ਹੈਗਾ, ਮਾਲਕ ਬਿਲਕੁਲ ਨਾਲ ਹੈਗਾ। ਬਸ ਆਹੀ ਚੀਜ਼, ਆਹੀ ਸਿਮਰਨ ਹੈਗਾ, ਆਹੀ ਭਗਤੀ ਹੈਗੀ। ਸਗਲ ਸੁਖ ਜਾਂ ਤੂੰ ਚਿੱਤ ਆਵੈਂ, ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਓ। ਬਹੁਤ ਹੀ ਮਹਾਰਾਜ ਜਿਹੜੇ ਇੰਨੀ ਕਿਰਪਾ ਕਰੀ ਜਾ ਰਹੇ। ਦੇਖੋ ਜਿਹੜਾ ਨਾਮ ਜਪਣ ਲੱਗ ਗਿਆ ਤੇ ਮਾਲਕ ਨੂੰ ਪਾ ਗਿਆ ਭਾਈ, ਨਹੀਂ ਤਾਂ ਜਪ ਹੀ ਨਹੀਂ ਸਕਦਾ, ਧਿਆਨ ਸਿਮਰਨ ਕਰੂਗਾ ਹੀ ਨਹੀਂ। ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਓ। ਰਹਾਓ ਦੀ ਪੰਕਤੀ ਹੈਗੀ। ਸਾਰੇ ਸੁੱਖ ਵੀ ਤਾਂ ਹੀ ਆਉਣੇ ਜੇ ਮਾਲਕ ਚਿੱਤੇ ਆ ਗਿਆ ਤੇ, ਕਿਉਂਕਿ ਚਿੱਤ ਦੇ ਵਿੱਚ ਮਾਲਕ ਆ ਗਿਆ ਤੇ ਚਿੱਤ 'ਚੋਂ ਵਿਚਾਰ ਗਾਇਬ ਹੋ ਗਏ। ਦੁੱਖ ਜਿਹੜੇ ਹੈਗੇ ਵਿਚਾਰ ਦੁੱਖ ਹੈਗੇ। ਸਗਲ ਸੁਖ ਜਾਂ ਤੂੰ ਚਿੱਤ ਆਵੈਂ, ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਓ। ਤਨ ਮਨ ਸੀਤਲ ਜਪ ਨਾਮ ਤੇਰਾ। ਲਾਜ਼ਮੀ ਹੈਗਾ ਭਾਈ ਜਿਹੜਾ ਨਾਮ ਸਿਮਰਨ ਕਰ ਰਿਹਾ ਆ, ਕਹਿੰਦੇ ਉਹ ਤਾਂ ਭਾਈ ਜਪ, ਉਹਦਾ ਤਾਂ ਤਨ ਤੇ ਮਨ ਦੋਨੋਂ ਜਿਹੜੀ ਹੈ, ਗਿਆਨ ਇੰਦਰੀਆਂ ਕਰਮ ਇੰਦਰੀਆਂ, ਮਨ ਜਿਹੜਾ ਸ਼ੀਤਲ ਹੋਣਾ ਲਾਜ਼ਮੀ ਹੈਗਾ। ਤਨ ਮਨ ਸੀਤਲ ਜਪੇ ਨਾਮ ਤੇਰਾ। ਜਪ ਨਹੀਂ ਲਿਖਿਆ ਵੀ ਜਪੋ, ਜਪੇ ਜਪਣ ਦਾ ਜਪ ਕੇ। ਤਨ ਮਨ ਸੀਤਲ ਜਪੇ ਨਾਮ ਤੇਰਾ, ਹਰ ਹਰ ਜਪਤ ਟਹਿ ਦੁੱਖ ਡੇਰਾ। ਕਹਿੰਦੇ ਦੁੱਖਾਂ ਦਾ ਡੇਰਾ ਟਹਿ ਜਾਂਦਾ ਹੈ ਭਾਈ, ਦੁੱਖ ਗਾਇਬ ਹੋ ਜਾਂਦੇ ਆ। ਜਿਹੜੇ ਦੁੱਖਾਂ ਨੇ ਘਰ ਕੀਤਾ ਸੀਗਾ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਜਿਹੜੇ ਹੈਗੇ ਆ ਇਹ ਕਾਬੂ ਦੇ ਵਿੱਚ ਆ ਜਾਂਦੇ ਆ। ਹੁਕਮ ਬੂਝੈ ਸੋਈ ਪਰਵਾਨ। ਆਹ ਹੁਕਮ ਹੈਗਾ ਭਾਈ, ਜਿਹੜਾ ਬੁੱਝ ਜਾਏਗਾ ਪਰਵਾਨ ਆ ਉਹ। ਔਰ ਜੋ ਹੋ ਰਿਹਾ ਆ ਉਹਨੂੰ ਜੋ ਮਾਲਕ ਕਰ ਰਿਹਾ ਹੈ ਭਾਈ। ਦੇਖੋ ਆਪਾਂ ਕੁਛ ਸੋਚਦੇ ਹਾਂ, ਹੁੰਦਾ ਕੁਛ ਹੈਗਾ। ਆਪਾਂ ਪੂਰਬ ਨੂੰ ਸੋਚਦੇ ਹਾਂ, ਉਹ ਪੱਛਮ ਨੂੰ ਲੈ ਜਾਂਦਾ। ਜੋ ਉਹਦਾ ਹੁਕਮ ਹੋ ਰਿਹਾ ਆ, ਬਸ ਜੋ ਉਹਦਾ ਭਾਣਾ ਹੋ ਰਿਹਾ ਆ, ਹੁਕਮ ਬੁੱਝ ਲਓ। ਔਰ ਜੋ ਉਹਦਾ ਭਾਣਾ ਹੋ ਰਿਹਾ, ਉਹ ਭਾਣੇ ਨੂੰ ਜਿਹੜਾ ਹੈਗਾ ਉਹਨੂੰ ਸਿਰ ਮੱਥੇ ਤੇ ਲਾਓ। ਹੁਕਮ ਬੁਝੇ ਸੋਈ ਪਰਵਾਨ। ਜਿਹਨੇ ਹੁਕਮ ਬੁੱਝ ਲਿਆ ਉਹ ਪਰਵਾਨ ਹੋ ਜਾਏਗਾ। ਸਾਚ ਸ਼ਬਦ ਜਾਂ ਕਾ ਨਿਸ਼ਾਨ। ਆਹ ਹੁਕਮ ਹੈ ਭਾਈ, ਸਾਚ ਸ਼ਬਦ ਜਾਂ ਕਾ ਨਿਸ਼ਾਨ। ਉਹਦਾ ਨਿਸ਼ਾਨ, ਉਹਦਾ ਵੀਜ਼ਾ, ਉਹ ਸੱਚਾ ਸ਼ਬਦ ਹੈਗਾ। ਉਹ ਸ਼ਬਦ ਪ੍ਰਗਟ ਹੋਣਾ ਹੈ। ਹੁਕਮ ਬੂਝੇ ਸੋਈ ਪਰਵਾਨ, ਸਾਚ ਸ਼ਬਦ ਜਾਂ ਕਾ ਨਿਸ਼ਾਨ। ਗੁਰੇ ਪੂਰਾ ਹਰ ਨਾਮ ਦ੍ਰਿੜਾਇਆ। ਪੂਰੇ ਗੁਰੂ ਨੇ ਕੀ ਕੀਤਾ? ਕਹਿੰਦੇ ਪੱਕਾ ਕਰਾ ਦਿੱਤਾ ਭਾਈ, ਆਹ ਕੰਮ ਕਰਨਾ ਹੀ ਕਰਨਾ ਹੈ, ਆਹ ਕੰਮ ਕਰਨਾ ਹੀ ਕਰਨਾ ਹੈਗਾ। ਗੁਰੇ ਪੂਰੇ ਹਰ ਨਾਮ ਦ੍ਰਿੜਾਇਆ, ਪੰਤ ਨਾਨਕ ਮੇਰੇ ਮਨੇ ਸੁਖ ਪਾਇਆ। ਮਹਾਰਾਜ ਬੇਨਤੀ ਕਰ ਰਹੇ, ਕੱਕੇ ਨੂੰ ਔਂਕੜ ਲਗਾ ਕੇ ਪੰਜਵੀਂ ਪਾਤਸ਼ਾਹੀ ਸ਼ਾਦੀ ਪਾ ਰਹੇ ਕਿ ਮੇਰੇ ਮਨ 'ਚ ਸੁੱਖ ਜਿਹੜਾ ਹੈਗਾ ਐਸੇ ਦੇ ਨਾਲ ਆਇਆ ਹੈ ਭਾਈ। ਮੇਰੇ ਗੁਰੂ ਨੇ ਮੈਨੂੰ ਨਾਮ ਦ੍ਰਿੜਾ ਦਿੱਤਾ ਤੇ ਇਸੇ ਨਾਮ ਦੇ ਦੁਆਰਾ ਮੇਰੇ ਅੰਦਰ ਸੁੱਖ ਆ ਗਿਆ, ਮੇਰੇ ਮਨ ਦੇ ਵਿੱਚ। ਵੀਰ ਜੀ, ਹਾਂਜੀ। ਤਨ ਮਨ ਸੀਤਲ ਜਪ ਨਾਮ ਤੇਰਾ। ਹਾਂ,
ਇਹ ਹਮੇਸ਼ਾ ਹੀ ਆਪਾਂ ਕਹਿੰਦੇ ਆ ਇੱਕ ਨਾਮ ਜਪਣ ਵਾਲਾ ਤੇ ਦੂਸਰਾ ਇੱਕ ਨਾਮ ਪਦਾਰਥ ਹੈ। ਤੁਸੀਂ ਹਮੇਸ਼ਾ ਕਹਿੰਦੇ ਹੋ ਵੀ ਜਿਹੜਾ ਦਿੱਤਾ ਨਹੀਂ ਜਾ ਸਕਦਾ। ਇਹਨਾਂ ਦੋਨਾਂ ਦੇ ਵਿੱਚ ਕੀ ਭੇਦ ਆ, ਇਹ ਕਲੀਅਰ ਕਰੋ ਜੀ। ਕਿਹਨਾਂ ਦੋਨਾਂ ਦੇ ਵਿੱਚ ਵੀਰ ਜੀ? ਤੁਸੀਂ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਨਾਮ ਆ ਕੋਈ ਕਿਸੇ ਨੂੰ ਦੇ ਨਹੀਂ ਸਕਦਾ। ਹਾਂ, ਇੱਕ ਆ ਜਿਹੜਾ ਨਾਮ ਜਪ ਰਹੇ ਆ, ਇਹ ਸਪੈਲਿੰਗ ਦੋਨਾਂ ਦੇ ਸੇਮ ਹੀ ਆ, ਵੀ ਇਹਨਾਂ 'ਚ ਫਰਕ ਕੀ ਆ ਦੋਨਾਂ ਗੱਲਾਂ ਦੇ ਵਿੱਚ? ਤਨ ਮਨ ਸੀਤਲ ਜਪੇ ਨਾਮ ਤੇਰਾ, ਤਨ ਤੇ ਮਨ ਸੀਤਲ ਹੋ ਜਾਣਾ ਹੈ ਨਾਮ ਜਪਣ ਦੇ ਨਾਲ, ਨਾਮ ਪਦਾਰਥ ਆ ਜਾਣਾ ਹੈ ਅੰਦਰ। ਨਹੀਂ, ਫਿਰ ਇਹ ਕਲੀਅਰ ਕਰੋ ਨਾ, ਨਾਮ ਇੱਕ ਜਪਣ ਵਾਲਾ, ਇੱਕ ਨਾਮ ਪਦਾਰਥ ਆ ਜਿਹਨੇ ਬਾਅਦ ਦੇ ਵਿੱਚ ਆਉਣਾ। ਅੱਛਾ, ਉਹ ਗੱਲ ਕਹਿ ਰਹੇ ਹੋ ਤੁਸੀਂ। ਹਾਂਜੀ ਹਾਂਜੀ, ਉਹ ਤਾਂ ਮਹਾਰਾਜ ਨੇ ਉੱਪਰ ਹੀ ਕਲੀਅਰ ਕਰਤਾ ਨਾ, ਦੇਖੋ ਨਾ ਇੱਥੇ ਕਲੀਅਰ ਕਰਤਾ। ਦੇਖੋ ਉਹ ਸਾਚ ਸ਼ਬਦ ਜਾਕਾ ਨਿਸ਼ਾਨ, ਆ ਹੁਕਮ ਬੂਝੇ ਸੋਈ ਪ੍ਰਵਾਨ, ਸਾਚ ਸ਼ਬਦ ਜਾਕਾ ਨਿਸ਼ਾਨ, ਇਸ ਜਗ੍ਹਾ ਤੇ ਕਲੀਅਰ ਕਰਤਾ ਉਹਨਾਂ ਨੇ। ਜੇ ਸਟਾਰਟਿੰਗ ਪੁਆਇੰਟ ਆਪਾਂ ਨੇ ਜਿਹੜਾ ਹੈਗਾ ਅੱਖਰ ਤੋਂ ਕਰਨਾ ਹੈ, ਨਾਮ ਜਪਣ ਵਾਲੇ ਤੋਂ ਕਰਨਾ ਹੈ, ਔਰ ਉਹਦੇ ਨਾਲ ਫਿਰ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ ਉਹ ਸ਼ਬਦ ਜਿਹੜਾ ਹੈਗਾ ਉਹ ਪ੍ਰਗਟ ਹੋ ਜਾਣਾ ਹੈ, ਔਰ ਫਿਰ ਉਸ ਦੇ ਨਾਲ ਅੱਗੇ ਜਾ ਕੇ ਜਿਹੜਾ ਹੈਗਾ ਆਪਾਂ ਨੂੰ ਫਿਰ ਨਾਮ ਪਦਾਰਥ ਤੱਕ ਆ ਜਾएंगे, रस आ जाएगा अंदर और नाम पदार्थ आ जाएगा, खुशबू आ जाएगी, ये सारी कला वरत जाएगी। ਤਾਂ ਪ੍ਰਗਟ ਤੋਂ ਭਾਵ ਵੀ ਰਿਪੀਟ ਹੋਣ ਲੱਗ ਜੂਗਾ ਅੰਦਰ ਸਰੀਰ ਦੇ ਅੰਦਰ ਹੀ। ਨਹੀਂ, ਪ੍ਰਗਟ ਤੋਂ ਪ੍ਰਗਟ ਦਾ ਮਤਲਬ ਹੈਗਾ ਵੀਰ ਜੀ ਕਿ ਉਹ ਚੀਜ਼ ਜਿਹੜੀ ਹੈਗੀ ਆਪਾਂ ਨੂੰ ਮਿਲ ਜਾਏਗੀ, ਉਹ ਨਾਮ ਪਦਾਰਥ ਆਪਾਂ ਨੂੰ ਮਿਲ ਜਾਏਗਾ, ਅੰਮ੍ਰਿਤ ਰਸ ਆ ਜਾਏਗਾ, ਅਮਰ ਹੋ ਜਾਵਾਂਗੇ, ਖੇਡ ਤੋਂ ਬਾਹਰ ਹੋ ਜਾਵਾਂਗੇ। ਉਹ ਹੈਗਾ ਟਾਰਗੇਟ, ਉਹ ਟਾਰਗੇਟ ਆ। ਔਰ ਨਾਮ ਜਪਣ ਦੇ ਨਾਲ ਹੀ ਕਹਿੰਦੇ ਆ, ਜਪਣ ਦੇ ਨਾਲ ਹੀ ਕਹਿੰਦੇ ਆ ਤੇਰਾ ਤਨ ਤੇ ਮਨ ਸੀਤਲ ਹੋਣਾ ਲਾਜ਼ਮੀ ਹੈਗਾ। ਇਹ ਜੇ ਕਿਰਿਆ ਸ਼ੁਰੂ ਹੋ ਜਾਏਗੀ, ਜੇ ਨਾਮ ਜਪਣਾ ਸ਼ੁਰੂ ਕਰ ਦੇਗਾ ਤੇ ਆਹ ਕਿਰਿਆ ਸ਼ੁਰੂ ਹੋ ਜਾਏਗੀ ਤੇਰੇ ਅੰਦਰ। ਆਪਾਂ ਉਹਨੂੰ ਇੰਨੀ ਮਾਈਨਿਊਟ ਜਿਹੜੇ ਹੈਗੇ ਉਹਨੂੰ ਨਹੀਂ ਪਕੜ ਪਾਵਾਂਗੇ, ਪਰ ਥੋੜੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਹੈ। ਆਪਣੇ ਪਰਿਵਾਰ ਜਿਹੜਾ ਹੈਗਾ, ਆਪਣੇ ਸੰਬੰਧੀ ਜਿਹੜੇ ਹੈਗੇ ਜਿੱਥੇ ਉੱਠਦੇ ਬੈਠਦੇ ਆ, ਉਹਨਾਂ ਨੇ ਆਪਾਂ ਨੂੰ ਕਹਿਣਾ ਸ਼ੁਰੂ ਕਰ ਦੇਣਾ, ਉਹਨਾਂ ਨੇ ਆਪਸ 'ਚ ਗੱਲ ਕਰਨੀ ਸ਼ੁਰੂ ਕਰ ਦੇਣੀ, ਭਾਈ ਇਹ ਬੰਦਾ ਜਿਹੜਾ ਹੈਗਾ ਇਹ ਬਦਲ ਗਿਆ ਕੁਛ, ਇਹ ਜਿਹੜਾ ਹੈਗਾ ਇਹਦਾ ਸੁਭਾਅ ਚੇਂਜ ਹੋ ਗਿਆ। ਤਨ ਮਨ ਸੀਤਲ ਜਪ ਨਾਮ ਤੇਰਾ, ਹਰ ਹਰ ਜਪਤ ਢਾਹੇ ਦੁੱਖ ਡੇਰਾ। ਔਰ ਇਹ ਜਪ ਜਿਹੜਾ ਲਿਖਿਆ ਹੋਇਆ ਇਹ ਜਿਹੜਾ ਹੈ ਮਨ ਜਿਹੜਾ ਹੈਗਾ, ਮਨ ਨੇ ਜਪਣਾ ਹੈ ਭਾਈ, ਔਰ ਤਨ ਦੀ ਸਹਾਇਤਾ ਲੈਣੀ ਆਪਾਂ ਨੇ। ਮਨ ਪ੍ਰੈਜ਼ੈਂਟ ਚਾਹੀਦਾ ਹੈ, ਨਹੀਂ ਤਾਂ ਜਿਹੜਾ ਹੈਗਾ ਮਨ ਆਪਾਂ ਨੂੰ ਜਿਹੜਾ ਹੈਗਾ ਜਪਣ ਤੇ ਆਪਾਂ ਨੂੰ ਲਾ ਦੂਗਾ, ਔਰ ਜਿਹੜਾ ਆਪ ਨਿਕਲ ਜਾਏਗਾ। ਜੀਭ ਜਪ ਰਹੀ ਹੈ, ਮਨ ਬਾਹਰ ਹੋ ਗਿਆ। ਤਨ ਮਨ ਸੀਤਲ ਜਪੇ ਨਾਮ ਤੇਰਾ, ਹਰ ਹਰ ਜਪਤ ਢਾਹੇ ਦੁੱਖ ਡੇਰਾ। ਹੁਕਮ ਬੂਝੇ ਸੋਈ ਪਰਵਾਨ, ਸਾਚ ਸ਼ਬਦ ਜਾਂਕਾ ਨਿਸ਼ਾਨ। ਗੁਰ ਪੂਰੇ ਹਰ ਨਾਮ ਦੜਾਇਆ, ਪੰਨਤ ਨਾਨਕ ਮੇਰੇ ਮਨੇ ਸੁਖ ਪਾਇਆ। ਮੇਰੇ ਗੁਰੂ ਨੇ ਜਿਹੜਾ ਨਾਮ ਦੜਾ ਦਿੱਤਾ, ਗੁਰੂ ਨੇ ਨਾਮ ਦੜਾਈ ਜਾਣਾ ਹੈ ਆਪ। ਗੁਰ ਪੂਰੇ ਹਰ ਨਾਮ ਦੜਾਇਆ, ਪੰਨਤ ਨਾਨਕ ਮੇਰੇ ਮਨੇ ਸੁਖ ਪਾਇਆ। ਆਸਾ ਮਹਲਾ ਪੰਜਵਾਂ, ਜਹਾਂ ਪਠਾਵੋ ਤਹ ਤੈ ਜਾਈ। ਦੇਖ ਲਓ ਹੁਣ ਕਿੰਨੇ ਜਿਹੜੇ ਹੈਗੇ, ਦੇਖ ਲਓ ਮਾਲਕ ਪਰਮਾਤਮਾ ਦੇ ਜਿਹੜਾ ਹੈਗਾ ਭਾਣਾ ਕਿੰਨਾ ਜਿਹੜਾ ਹੈਗਾ ਮਹਾਰਾਜ ਜਿਹੜੇ ਪੰਜਵੀਂ ਪਾਤਸ਼ਾਹੀ ਖੋਲ ਰਹੀ ਹੈ। ਕਹਿੰਦੇ ਜਹਾਂ ਪਠਾਵੋ ਤਹ ਤੈ ਜਾਈ। ਮਾਲਕਾ ਜਿੱਥੇ ਵੀ ਤੂੰ ਭੇਜਦਾ ਹੈ, ਜਿੱਥੇ ਵੀ ਰੱਖ ਰਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜਹਾਂ ਪਠਾਵੋ ਤਹ ਤੈ ਜਾਈ, ਜੋ ਤੁਮ ਦਿਓ ਸੋਈ ਸੁਖ ਪਾਏ। ਜੋ ਤੂੰ ਦੇ ਰਿਹਾ ਮੈਂ ਸੁਖੀ ਹਾਂ ਉਹਦੇ ਵਿੱਚ ਵੀ। ਮੈਨੂੰ 2 ਰੋਟੀਆਂ ਮਿਲਦੀਆਂ, ਮੇਰਾ ਜਿੱਥੇ ਜੋ ਕੁਛ ਵੀ ਤੂੰ ਦੇ ਰਿਹਾ ਹੈ ਮੈਂ ਉਹਦੇ 'ਚ ਖੁਸ਼ ਹੈਗਾ ਬਸ। ਜਹਾਂ ਪਠਾਵੋ ਤਹ ਤੈ ਜਾਈ, ਜੋ ਤੁਮ ਦਿਓ ਤਹੀਂ ਜੋ ਤੁਮ ਦੇहो सोई सुख पाई। सदा चेरे गोविंद गुसाई। और हमेशा वास्ते मैं तेरा चेहरा है, मैं तेरा नौकर है। हे गोविंद हे गुसाई, तुमरी किरपा ते तृप्त गाई। तेरी किरपा दे नाल ही तृप्ति आउणी आ मैनू, तेरी किरपा दे नाल ही तृप्ति आउणी आ। तू दाता हैगा रहाओ। तुमरा दिया पैनो खाई, तेरा दिता होई मैं पहनदा है खाना है। तो प्रसाद प्रभ सुखी वलाई। कहते तेरी किरपा दे नाल ही मालका मैं सुख दे विच रह सकदा है। मन तन अंतर तुझे त्याई, तुमरे लवै ना को लाई।
ਆ ਸਾਰੀ ਕਿਰਿਆ ਇਸ ਤਰੀਕੇ ਦੇ ਨਾਲ ਹੋਣੀ ਹੈ। ਇਹਦੇ ਨਾਲ ਆ ਸਾਰਾ ਇੱਥੇ ਮਹਾਰਾਜ ਜਿਹੜੇ ਨੁਕਤਾ ਦੇ ਰਹੇ ਕਹਿੰਦੇ ਧਿਆਨ ਸਿਮਰਨ। ਇਸ ਤੋਂ ਬਗੈਰ ਤਾਂ ਗੱਲ ਹੈ ਕਾਰਵਾਈ ਹੈ ਹੀ ਇੱਕੋ ਹੀ, ਗੱਲ ਹੀ ਇੱਕੋ ਹੈ। ਮਨ ਤਨ ਅੰਤਰ ਤੁਝੇ ਧਿਆਈ। ਹੁਣ ਦੇਖ ਲਓ ਕਿਸੇ ਨੂੰ ਵੀ ਆਪਾਂ ਜਿਹੜੇ ਮਨ ਵੀ ਔਰ ਤਨ ਵੀ, ਤਨ ਕਹਿੰਦੇ ਆ ਇਹ ਜਿਹੜੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨ ਤਨ ਅੰਤਰ, ਮਨ ਹੈਗਾ ਸੁਰਤ ਆਪਣੀ, ਮਨ ਤਨ ਅੰਤਰ ਤੁਝੇ ਧਿਆਈ। ਦੇਖ ਲਓ ਕਲੀਅਰ ਕੱਟ, ਕਿਸੇ ਪਾਸਿਓਂ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਡਾਊਟ ਨਹੀਂ ਰਹਿਣ ਦਿੱਤਾ ਮਹਾਰਾਜ ਨੇ। ਤੁਮਰੇ ਲਵੇ ਨਾ ਕੋ ਲਾਈ, ਬਸ ਕਹਿੰਦੇ ਤੇਰੇ ਬਰੋਬਰ ਦਾ ਕੋਈ ਨਹੀਂ ਹੈਗਾ, ਤੇਰੇ ਬਰੋਬਰ ਦਾ ਕੋਈ ਨਹੀਂ ਹੈਗਾ, ਮੈਂ ਹੋਰ ਕਿਸੇ ਦੀ ਭਗਤੀ ਨਹੀਂ ਕਰਨੀ। ਮਨ ਤਨ ਅੰਤਰ ਤੁਝੇ ਧਿਆਈ, ਤੁਮਰੇ ਲਵੇ ਨਾ ਕੋ ਲਾਈ। ਕਹੋ ਨਾਨਕ ਨਿਤ ਇਵੈ ਧਿਆਈ। ਆ ਲਓ ਹੁਣ ਨਿਤਨੇਮ ਆ ਗਿਆ। ਕਹੋ ਨਾਨਕ ਨਿਤ ਇਵੈ ਧਿਆਈ, ਕਹਿੰਦੇ ਇਸ ਤਰ੍ਹਾਂ ਮੈਂ ਨਿਤ ਧਿਆਊਂਗਾ, ਨਿਤ, ਕੋਈ ਦਿਨ ਛੱਡੂੰਗਾ ਨਹੀਂ। ਕਹੋ ਨਾਨਕ ਨਿਤ ਇਵੈ ਧਿਆਈ, ਗਤ ਹੋਵੇ ਸੰਤੈ ਲਗ ਪਾਈ। ਔਰ ਸਾਧ ਸੰਗਤ ਵੀ ਕਰੂੰਗਾ, ਗੁਰੂ ਦੀ ਸੰਗਤ ਵੀ ਕਰੂੰਗਾ, ਕਿਉਂਕਿ ਉੱਚੀ ਅਵਸਥਾ ਮੈਨੂੰ ਇਸ ਤਰ੍ਹਾਂ ਹੀ ਮਿਲਣੀ ਹੈ। ਗਤ ਹੋਵੇ ਸੰਤੈ ਲਗ ਪਾਈ। ਬਿਲਕੁਲ ਦੇਖ ਲਓ ਕਿਸੇ ਪਾਸਿਓਂ ਜਿਹੜਾ ਹੈਗਾ ਆਪਾਂ ਨੂੰ ਜਿਹੜੀ ਹੈਗੀ ਹਰ ਚੀਜ਼ ਕਲੀਅਰ ਕੀਤੀ ਹੈ ਮਹਾਰਾਜ ਨੇ ਇਹਦੇ ਵਿੱਚ। ਤਾਂ ਬਹੁਤ ਕੀਮਤੀ ਹੈ ਜੀ। ਇਹ 60 ਹੋ ਗਏ, 9 ਲੜੀ ਦੇ 9 ਮੋਤੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਭਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਾਂ ਬਹੁਤ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ ਹੈ ਜੀ। ਅੱਜ ਤਾਂ ਛੈਬਰਾਂ ਲਾਤੀਆਂ, ਬਹੁਤ ਕਮਾਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਕੁ ਆਪਣੀ ਬੁੱਧੀ ਨੇ ਜੀ ਉਹਦੇ ਹਿਸਾਬ ਨਾਲ ਜਿਹੜਾ ਉਹ ਨਾਮ ਦੀ ਗੱਲ ਕਰਦਾ, ਜਿਹੜਾ ਅੱਖਰ ਮੀਨਸ ਜਿਹੜਾ ਖਰਚ ਨਹੀਂ ਆਉਂਦਾ, ਮਤਲਬ ਜਿਹੜਾ ਅੱਖਰਾਂ 'ਚ ਨਹੀਂ ਆਉਂਦਾ, ਉਹ ਨਾਮ ਅੰਦਰੋਂ ਜਿਹੜਾ ਪ੍ਰਗਟ ਹੁੰਦਾ ਨਾ, ਉਹਦੀ ਗੱਲ ਕਰ ਰਹੇ ਆ ਉਹ। ਮਤਲਬ ਨਾਮ ਜਿਹੜਾ ਮਤਲਬ ਅਨੁਭਵ ਪ੍ਰਕਾਸ਼ ਹੈ, ਉਹ ਜਿਹੜਾ ਮਤਲਬ ਉਸ ਤਰ੍ਹਾਂ ਦਾ ਪ੍ਰਕਾਸ਼ ਨਹੀਂ ਹੈ ਕਿ ਦਿਸਦਾ, ਅਨੁਭਵ ਹੁੰਦਾ, ਮਤਲਬ ਉਹਦਾ ਮਤਲਬ ਵਾਈਬ੍ਰੇਸ਼ਨ ਟਾਈਪ ਜਾਂ ਹੋਰ ਏਦਾਂ ਦਾ, ਉਸ ਦੀ ਗੱਲ ਕਰ ਰਹੇ ਆ ਉਹ। ਵੀ ਉਹ ਅਨੁਭਵ ਪ੍ਰਕਾਸ਼ ਫਿਰ ਹੌਲੀ ਹੌਲੀ ਉਹ ਇਕੱਠਾ ਹੋਈ ਜਾਂਦਾ ਹਨਾ। ਉਸ ਤੋਂ ਗਾਂ ਦੀਆਂ ਅਵਸਥਾਵਾਂ ਨੇ ਫਿਰ ਜਿਵੇਂ ਬੰਦਾ ਚਾਹੀ ਜਾਂਦਾ ਹੈ ਨਾ ਜੀ। ਬੜੀ ਕਮਾਲ ਦੀ ਖੇਡ। ਜਦ ਜਦ ਨਾਮ ਪਦਾਰਥ ਮਿਲ ਗਿਆ ਆਪਾਂ ਨੂੰ, ਤੇ ਬਸ ਫਿਰ ਸਾਰਾ ਜਿਹੜਾ ਹੈਗਾ ਜਿੱਤੀ ਗਈ ਗੇਮ। ਫਿਰ ਤਾਂ ਮਾਲਕ ਦਾ ਸਾਥ ਹੋ ਗਿਆ। ਫਿਰ ਤਾਂ ਬੂੰਦ ਸਾਗਰ ਦੇ ਵਿੱਚ ਫਿਰ ਤਾਂ ਉਹ ਮਤਲਬ ਉਹ ਬੰਦਾ ਉਹ ਜਿਹੜਾ ਪਹਿਲਾ ਬੰਦਾ ਹੁੰਦਾ ਹੀ ਨਹੀਂ ਹੈ ਉਹ। ਨਹੀਂ ਉਹ ਕਿਹੜਾ ਹੈ। ਬਿਲਕੁਲ, ਹਾਂ ਜੀ। ਚਲੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ